ਹੋਰ ਬਾਹਰ ਜਾਣ ਲੱਗੀ। ਇੱਧਰ ਨੂੰ ਲక్ష్ਮੀ ਥੋੜੀ ਇੱਧਰ ਨੂੰ ਲక్ష్ਮੀ ਰੁਕਦੀ ਪਈ ਹਾਂਜੀ ਕਿੰਨੇ ਸ਼ਕਤੀ ਜਿੰਦਾਬਾਦ ਬੇਲਨ ਬ੍ਰਿਗੇਡ जिंदाबाद ਬੇਲਨ ਬ੍ਰਿਗੇਡ जिंदाबाद ਬੇਲਨ ਬ੍ਰਿਗੇਡ जिंदाबाद ਮਹਿਲਾ ਸ਼ਕਤੀ जिंदाबाद ਨਾਰੀ ਸ਼ਕਤੀ जिंदाबाद ਬੇਲਨ ਬ੍ਰਿਗੇਡ जिंदाबाद। ਮੈਨੂੰ ਇਹ ਲੱਗਦਾ ਕਿ ਜਿਹੜੀ ਇਹ ਲੜਾਈ ਹੈ ਨਾ ਇਹਨੂੰ ਹਲੇ ਬਹੁਤ ਟਾਈਮ ਲੱਗ ਜਾਏਗਾ ਇਹਨੂੰ ਸਹੀ ਉਹਦੇ ਤੇ ਆਉਣ ਲਈ ਪਲੇਟਫਾਰਮ ਦੇ ਉੱਤੇ ਆਉਣ ਲਈ। ਪਰ ਇਹ ਲੜਾਈ ਇੱਕ ਲੜਕੀ ਦੀ ਖੁਦ ਦੀ ਹੈ। ਜਦੋਂ ਦੇਖਿਆ ਜਾਵੇ ਨਾ ਇੱਕ ਲੜਕੀ ਦੀ ਇੱਕ ਔਰਤ ਦੀ ਦੁਸ਼ਮਣ ਇੱਕ ਔਰਤ ਹੀ ਹੈ। ਅਗਰ ਉਸਨੂੰ ਉਹਦੀ ਮਦਰ ਸਪੋਰਟ ਕਰ ਦੇਵੇ ਜਾਂ ਕੋਈ ਸੋਸਾਇਟੀ 'ਚ ਕੋਈ ਹੋਰ ਲੇਡੀ ਕਰ ਦੇਵੇ ਤਾਂ ਇਹ ਚੀਜ਼ਾਂ ਹੋਣ ਹੀ ਨਾ। ਇਹ ਚੀਜ਼ਾਂ ਪੇਰੈਂਟਸ ਸਮਝ ਲੈਣ ਕਿਤੇ ਨਾ ਕਿਤੇ ਦੇਖਿਆ ਜਾਵੇ, ਕਿਉਂਕਿ ਬਾਹਰ ਵਾਲੇ ਬੰਦੇ ਨੂੰ ਕੀ ਪਤਾ ਕਿ ਇਹਨਾਂ ਦੇ ਘਰ ਵਿੱਚ ਕੀ ਹੋ ਰਿਹਾ। ਇਹ ਹੁੰਦਾ ਕਿ ਪੇਰੈਂਟਸ ਹੀ ਉਹਨਾਂ ਨੂੰ ਹੀ ਚਾਹੀਦਾ ਹੈ ਕਿ ਇਹ ਚੀਜ਼ ਨੂੰ ਸਮਝਣ। ਅਗਰ ਮੰਨ ਲਓ ਕਿ ਲੜਕੀ ਅੱਛਾ ਅਰਨ ਕਰ ਰਹੀ ਹੈ, ਉਹਨੂੰ ਉਹਨਾਂ ਦੀ ਪ੍ਰੋਪਰਟੀ ਤੋਂ ਜਾਂ ਕੁਝ ਚੀਜ਼ ਤੋਂ ਨਹੀਂ ਵੀ ਚਾਹੀਦਾ, ਪਰ ਫਿਰ ਵੀ ਕਿਤੇ ਨਾ ਕਿਤੇ ਉਹਦੇ 'ਤੇ ਕੁਝ ਵੀ ਐਲੀਗੇਸ਼ਨ ਲਗਾ ਦਿਓ, ਬਲੇਮ ਕਰ ਦਿਓ, ਲੈ ਲਵੇ। ਫਿਰ ਇੱਕ ਪਾਸੇ ਹੁੰਦਾ ਹੈ ਕਿ ਲੜਕੀ ਬਿਲਕੁਲ ਹੈ ਨਾ ਫੀਲ ਕਰਦੀ ਹੈ ਕਿ ਅਨਸੇਫ ਫੀਲ ਕਰਦੀ ਕਿ ਮੇਰੇ ਇੰਨੇ ਪੜ੍ਹੇ ਲਿਖਣ ਦਾ, ਇੰਨਾ ਨੌਲੇਜ ਲੈਣ ਦਾ ਕੀ ਫਾਇਦਾ ਹੋਇਆ, ਇੰਨੀ ਸੋਸਾਇਟੀ ਦੇਖਣ ਦਾ, ਇੰਨੀ ਦੁਨੀਆ ਦੇਖਣ ਦਾ ਕੀ ਫਾਇਦਾ ਹੋਇਆ, ਜਦੋਂ ਮੈਨੂੰ ਮੇਰੇ ਘਰ ਦੇ ਵਿੱਚ ਹੀ ਇੰਨਾ ਕੋਈ ਮਾਨ ਸਨਮਾਨ ਮਿਲਦਾ ਕਿ ਇਹ ਆਦਮੀਆਂ ਨੂੰ ਜੰਮਿਆ ਔਰਤਾਂ ਨੇ ਹਾਂਜੀ ਤੇ ਪਾਲਿਆ ਵੀ ਉਹਨਾਂ ਨੇ। ਉਹ ਮਾਵਾਂ ਨੂੰ ਪਿਆਰ ਵੀ ਬੜਾ ਕਰਦੇ ਆ ਨਾ ਸਾਰੇ। ਜਦੋਂ ਤੇ ਗਰੋਥ ਉਹਨਾਂ ਦੀ ਕਿਹਨਾਂ ਨੇ ਕੀਤੀ ਹੈ, ਕਿਹਨੇ ਕੀਤੀ ਇਸ ਤਰ੍ਹਾਂ ਦੀ? ਉਹ ਫਿਰ ਮਾਵਾਂ ਨੇ ਹੀ ਕੀਤੀ ਹੈ ਨਾ। ਤੇ ਉਹਦੇ ਲਈ ਦੋਸ਼ੀ ਕੌਣ ਹੈ? ਫਿਰ ਆਪਾਂ ਹੀ ਆ ਨਾ। ਉਹ ਮਾਂ ਨੂੰ ਤਾਂ ਪਿਆਰ ਕਰਦੇ ਆ, ਜਿਹੜੀਆਂ ਬਾਕੀ ਦੀਆਂ ਫੀਮੇਲਸ ਨੇ ਉਹਨਾਂ ਦੇ ਲਈ ਉਹਨਾਂ ਦਾ ਅਲੱਗ ਰਵੱਈਆ ਹੁੰਦਾ। ਜੇ ਭੈਣ ਉਹਦਾ ਕੰਮ ਕਰਦੀ ਹੈ ਸਾਰੇ ਦਾ ਸਾਰਾ, ਉਹਨੂੰ ਵਧੀਆ ਲੱਗਦੀ ਹੈ। ਜੇ ਉਹ ਜਵਾਬ ਦੇ ਮੈਂ ਤੇਰਾ ਕੰਮ ਨਹੀਂ ਕਰੂੰਗਾ, ਫੇਰ ਲੜਾਈ ਹੁੰਦੀ ਹੈ। ਇਹ ਘਰ ਦਾ ਕਹਿਣਾ ਨਹੀਂ ਮੰਨਦੀ, ਜਾਂ ਕੰਮ ਨਹੀਂ ਕਰਦੀ, ਜਾਂ ਕੰਮ ਨਹੀਂ ਕਰਦੀ, ਹੈ ਨਾ। ਹੁਣ ਹੁਣ ਦਾ ਜਿਹੜਾ ਆਹ ਵਾਲਾ ਜਿਹੜਾ ਦੌਰ ਚੱਲ ਰਿਹਾ ਨਾ, ਜਿਹਦੇ ਵਿੱਚ ਹੁਣ ਜੈਨ ਜੀ 2000 ਤੋਂ ਬਾਅਦ ਦਾ, ਸਨ 2000 ਤੋਂ ਬਾਅਦ ਦਾ ਜਿਹੜਾ ਦੌਰ ਚੱਲ ਰਿਹਾ, ਜਿਹੜੇ ਬੱਚੇ ਲੜਕੇ ਲੜਕੀਆਂ ਆਪਣੇ ਆਪ ਨੂੰ ਜੈਨ ਜੀ ਕਹਿ ਰਹੇ ਨੇ, ਹੁਣ ਬਹੁਤ ਜ਼ਿਆਦਾ ਫਰਕ ਪੈ ਰਿਹਾ। ਜਿਹੜੀਆਂ ਸਾਡੇ ਟਾਈਮ ਵਾਲੀਆਂ ਮਾਵਾਂ ਨੇ, ਸਾਡੇ ਬੱਚੇ नहीं काम करते, कहते तो सीधा ही कहते यार आपने हमारे को बर्तन साफ करने के लिए पैदा किया था, हम नहीं करेंगे। ये एक्सेप्ट करना या नहीं एक्सेप्ट करना वो साडे ते डिपेंड करता। हूँ थोड़ा जिहा तुसीं कहंदे आ ना कि ये कदों बदलूगा, ठीक है, इहनूं टाइम लगूगा, पर बदलाव आ रहा है। जिहड़े इन्ने सालां दीयां जिहड़ियां रिवायतां ਚੱਲੀਆਂ ਹੁੰਦੀਆਂ ਨੇ, ਉਹਨਾਂ ਨੂੰ ਚੇਂਜ ਹੋਣ ਦੇ ਲਈ, ਕਨਵਰਟ ਹੋਣ ਦੇ ਲਈ ਟਾਈਮ ਲੱਗਦਾ। ਹੁਣ ਜਿਹੜੀਆਂ ਅਗਲੀਆਂ ਮਾਵਾਂ ਆਣਗੀਆਂ ਨਾ, ਉਹ ਆਪਣੇ ਲੜਕਿਆਂ ਨੂੰ ਇਹ ਨਹੀਂ ਕਹਿ ਸਕਣਗੀਆਂ ਕਿ ਤੂੰ ਕੰਮ ਨਾ ਕਰ, ਤੇਰੀ ਘਰ ਵਾਲੀ ਕੰਮ ਕਰ ਲੂਗੀ। ਇਹ ਨਹੀਂ ਆਣਾ ਹੁਣ ਅੱਗੇ ਟਾਈਮ। ਹੁਣ ਮੈਡਮ ਬੈਠੇ ਆ ਨਾ, ਉਹਨਾਂ ਦੇ ਲੜਕੇ ਦਾ ਜਦੋਂ ਵਿਆਹ ਹੋਊਗਾ ਉਹ ਇਹ ਗੱਲ ਨਹੀਂ ਕਹਿਣਗੇ। ਹੁਣ ਬਹੁਤ ਸਾਰੀਆਂ ਮਾਵਾਂ ਨੇ ਜਿਹੜੇ ਆਪਣੇ ਬੱਚਿਆਂ ਨੂੰ ਭਾਂਡੇ ਧੋਣ ਤੋਂ ਲੈ ਕੇ, ਉਹ ਆਪਣੀ, ਹੁਣ ਇਹਨਾਂ ਦਾ ਬੇਟਾ ਸਾਰਾ ਕੰਮ ਕਰ ਲੈਂਦਾ ਮਾਂ ਦੇ ਨਾਲ ਹੈਲਪ ਕਰਾਂਦਾ, ਕਿਉਂਕਿ ਇਹ ਜਿਹੜਾ ਰੀਜ਼ਨ ਸੀਗਾ ਨਾ, ਜਿਹੜੀ ਤੁਸੀਂ ਅਸੀਂ ਵੀ ਉਸ ਚੀਜ਼ ਨੂੰ ਫੇਸ ਕੀਤਾ। ਫੈਮਲੀਆਂ ਵੱਡੀਆਂ ਹੁੰਦੀਆਂ ਸੀਗੀਆਂ, ਘਰ ਦੇ ਵਿੱਚ ਲੜਕੀਆਂ ਨੇ ਲੜਕੇ ਨੇ, ਤੇ ਮਾਵਾਂ ਨੇ ਉਹਨਾਂ ਦੀ ਗਰੋਥ ਏਦਾਂ ਕੀਤੀ ਹੋਈ ਸੀ ਕਿ ਸਾਡੇ ਲਈ ਤਾਂ ਬਹੁਤ ਲੜੇ ਇਹ ਕੰਮ, ਮਤਲਬ ਕੰਮ ਡਿਵਾਈਡ ਕਰਦੇ, ਇਹ ਔਰਤ ਦਾ ਕੰਮ ਆ, ਇਹ ਮਰਦ ਦਾ ਕੰਮ ਆ, ਜਦ ਕਿ ਐਸਾ ਕੁਛ ਨਹੀਂ ਹੈ। ਕਿਹਨੇ ਡਿਵਾਈਡ ਕੀਤਾ? ਮੇਰੇ ਨਾਲ ਕਈ ਵਾਰੀ ਬੰਦਿਆਂ ਦੀ ਬਹਿਸ ਹੋ ਜਾਂਦੀ ਆ, ਬਹੁਤ ਮੈਚੁਰ ਧਾਰਮਿਕ ਬੰਦੇ ਵੀ ਹੈ, ਜਨਾਨੀ ਨੂੰ ਜਨਾਨੀ ਦਾ ਕੰਮ ਕਰਨਾ ਚਾਹੀਦਾ। ਉਹ ਮੈਂ ਕਿਹਾ ਕਿਹੜਾ ਕੰਮ ਹੁੰਦਾ ਜਨਾਨੀ ਦਾ ਵੀ ਦੱਸੋ, ਜਿਹੜੇ ਕੰਮ ਰੱਬ ਨੇ ਲਾਏ। ਮੈਂ ਕਿਹੜਾ ਰੱਬ ਸੀਗਾ, ਕਿਹੜਾ ਰੱਬ ਲਿਖ ਕੇ ਦੇ ਕੇ ਗਿਆ ਕਿ ਇਹ ਔਰਤ ਦੇ ਕੰਮ ਆ ਤੇ ਮਰਦ ਦੇ? ਮੈਂ ਕਿਹਾ ਲਿਖੇ ਤਾਂ ਤੁਸੀਂ ਆਪ ਆ। ਜਿੱਥੇ ਤੁਹਾਨੂੰ ਚੌਧਰ ਚਾਹੀਦੀ ਸੀ ਤੁਸੀਂ ਆਪਣੇ ਹਿੱਸੇ ਪਾ ਲਏ। ਜਿਹੜੇ ਕੰਮ ਚਾਹੀਦੇ ਸੀਗੇ ਬਿਨਾਂ ਸੇਵਾ ਤੋਂ ਘਰ ਦੇ ਅੰਦਰ ਬੈਠ ਕੇ ਕਰੀ ਜਾਣ, ਬੈਠੀਆਂ ਤੇ ਬੋਲਣ ਵੀ ਨਾ, ਉਹ ਤੁਹਾਡੀ ਸੇਵਾ ਕਰੀ ਜਾਣ, ਉਹ ਤੁਸੀਂ ਉਹਨਾਂ ਨੂੰ ਲਾਤੇ ਤੇ ਬੈਠ ਕੇ ਕਰੀ ਜਾਓ, ਭਾਂਡੇ ਮਾਂਜੀ ਜਾਓ ਤਾਂ ਆ ਕਰੀ ਜਾਓ। ਫਿਰ ਦੇਖੋ ਖਾਣਾ ਵੀ ਸਭ ਨੇ ਆ, ਕਮਾਣਾ ਵੀ ਪੈਣਾ, ਕੰਮ ਤਾਂ ਕਰਨਾ ਹੀ ਪੈਣਾ। ਪਰ ਜਦੋਂ ਸਾਡੇ ਸਮਾਜ ਦੇ ਵਿੱਚ ਡਿਵਾਈਡ ਹੋ ਕੇ ਕੰਮ ਹੋਣ ਲੱਗ ਗਏ ਤੇ ਦੋਨਾਂ ਜਣਿਆਂ ਨੂੰ ਹੁਣ ਦਾ ਜਿਹੜਾ ਦੌਰ ਹੈ, ਜਿਹੜੇ ਕੰਮ ਔਰਤ ਨੂੰ ਆਉਂਦੇ ਆ ਉਹ ਮਰਦ ਨੂੰ ਵੀ ਸਿੱਖਣੇ ਪੈਣਗੇ, ਜਿਹੜੇ ਮਰਦ ਨੂੰ ਆਉਂਦੇ ਆ ਉਹਨੂੰ ਔਰਤ ਨੂੰ ਵੀ ਸਿੱਖਣੇ ਪੈਣਗੇ। ਜਿਹਦੇ ਕੋਲ ਟਾਈਮ ਹੋਇਆ ਉਹ ਕਰ ਲਵੇ, ਤਾਂ ਫੈਮਿਲੀ ਜਿਹੜੀ ਸਾਡੀ ਇੱਕਦਮ ਫਿਰ ਬਣੂਗੀ ਪਰਫੈਕਟ ਫੈਮਿਲੀ। ਹਜੇ ਲੱਗੂਗੇ 20-25 ਸਾਲ ਤੋਂ। ਨਹੀਂ ਇੱਕ ਗੱਲ ਹੋਰ, ਜਿਵੇਂ ਕਿ ਆਪਾਂ ਸਕੂਲ ਵਿੱਚ ਦੇਖਦੇ ਹਾਂ ਬੱਚਿਆਂ ਨੂੰ ਕੀ ਹੁੰਦਾ ਕਿ
ਇੱਕ ਹੁੰਦਾ ਫੈਮਿਲੀ ਉਹਨੂੰ ਗਾਈਡ ਕਰ ਰਹੀ ਹੈ, ਮੇਨ ਉਹ ਲਰਨਿੰਗ ਫੈਮਿਲੀ ਤੋਂ ਲੈ ਰਿਹਾ ਨਾ, ਸੈਕਿੰਡ ਲਰਨਿੰਗ ਉਹ ਸਕੂਲ ਤੋਂ ਲੈ ਰਿਹਾ। ਅੱਜ ਕੱਲ੍ਹ ਸਕੂਲ ਦੇ ਵਿੱਚ ਕੀ ਰੂਲ ਹੈ ਕਿ ਆਪਾਂ ਬੱਚੇ ਨੂੰ ਟੱਚ ਨਹੀਂ ਕਰ ਸਕਦੇ। ਅਗਰ ਅਸੀਂ ਬੱਚੇ ਨੂੰ ਟੱਚ ਕਰ ਲਿਆ ਜਾਂ ਉਹਨੂੰ ਬੋਲ ਦਿੱਤਾ ਕਿ ਇਦਾਂ ਨਹੀਂ ਇਦਾਂ ਕਰਨਾ, ਤੇ ਉਹ ਹੈ ਕਿ ਇੱਕ ਕੰਪਲੇਂਟ ਬਣ ਜਾਂਦੀ ਹੈ, ਇੱਕ ਇਸ਼ੂ ਬਣ ਜਾਂਦਾ ਵੀ ਤੁਸੀਂ ਇਸ ਤਰ੍ਹਾਂ ਨਹੀਂ ਬੋਲ ਸਕਦੇ। ਤੇ ਫਿਰ ਉਹਨਾਂ ਦੇ ਪੇਰੈਂਟਸ ਰਾਈਟਸ ਦੀ ਗੱਲ ਕਰਦੇ ਆ ਕਿ ਇਹ ਰਾਈਟ ਨਹੀਂ ਹੈ, ਪਨਿਸ਼ਮੈਂਟ ਤਾਂ ਬਹੁਤ ਦੂਰ ਦੀ ਗੱਲ, ਅਸੀਂ ਤਾਂ ਬਿਲਕੁਲ ਟੱਚ ਵੀ ਨਹੀਂ ਕਰ ਸਕਦੇ। ਤੇ ਅੱਜ ਕੱਲ੍ਹ ਜੋ ਅਸੀਂ ਦੇਖ ਰਹੇ ਹਾਂ ਸਕੂਲ ਦੇ ਵਿੱਚ ਬੱਚੇ ਬਹੁਤ ਜ਼ਿਆਦਾ ਮੈਨਰਲੈਸ ਹੋ ਗਏ ਨੇ, ਉਹਨਾਂ ਨੂੰ ਕੁਝ ਹੈ ਹੀ ਨਹੀਂ। ਰੀਸੈਂਟਲੀ ਦੇਖਿਆ ਜਾਂਦਾ ਕਿ ਵੀ ਟੀਚਰ ਨੂੰ ਥੱਪੜ ਮਾਰ ਰਿਹਾ ਹੈ। ਹੁਣੇ ਅੱਜ 2-3 ਦਿਨ ਦੀ ਗੱਲ ਹੈ ਕਿ ਇੱਕ ਲੜਕੇ ਨੇ ਇੱਕ ਮੇਲ ਟੀਚਰ ਦੇ ਚੈਸਟ 'ਤੇ ਪੰਚ ਕਰ ਦਿੱਤਾ। ਇਹ ਸਭ ਕੁਝ ਹੋ ਰਿਹਾ ਹੈ, ਫਿਰ ਕਿੱਥੋਂ ਸਮਾਜ ਬਦਲ ਜਾਏਗਾ? ਜਿਹੜੇ ਸੋਸ਼ਲ ਮੀਡੀਆ ਹੈ ਨਾ, ਉਹਨੇ ਬੱਚਿਆਂ ਦਾ ਦਿਮਾਗ ਜਿਹੜਾ ਬਹੁਤ ਖਰਾਬ ਕਰ ਦਿੱਤਾ। ਔਰ ਘਰ ਦੇ ਅਗਰੈਸ਼ਨ ਬਹੁਤ ਜ਼ਿਆਦਾ ਖਾਸ ਬੱਚਿਆਂ 'ਚ ਵੱਧ ਕਰਕੇ ਨਾ ਗਿਆ। ਜਿਹੜੀਆਂ ਸਾਡੀਆਂ ਲੇਡੀਜ਼ ਸੀਗੀਆਂ ਨਾ, ਉਹਨਾਂ ਨੇ ਮਾਡਰਨਿਟੀ ਦੇ ਨਾਮ ਦੇ ਉੱਤੇ ਉਸ ਚੀਜ਼ ਨੂੰ ਚੁਣ ਲਿਆ ਕਿ ਆਪਾਂ ਫੈਸ਼ਨ ਕਰਕੇ ਤਿਆਰ ਹੋ ਕੇ ਕੱਪੜੇ ਪਾ ਕੇ ਬਾਹਰ ਕਿੱਟੀਆਂ 'ਚ ਘੁੰਮ ਲਿਆ ਤੇ ਬਾਹਰ ਪੂਰ ਘੁੰਮ ਲਿਆ ਆਪਾਂ ਨੇ। ਉਹਨੂੰ ਉਹ ਐਮਪਾਵਰਮੈਂਟ ਸਮਝਦੀਆਂ ਨੇ, ਜਦ ਕਿ ਇਹ ਐਮਪਾਵਰਮੈਂਟ ਨਹੀਂ ਹੈ। ਜੇ ਤੁਸੀਂ ਬੱਚੇ ਪੈਦਾ ਕੀਤੇ ਆ ਤੇ ਗਰੋ ਕਰਨਾ ਤੁਹਾਡਾ ਕੰਮ ਆ ਉਹਨਾਂ ਨੂੰ, ਠੀਕ ਹੈ ਨਾ। ਤੁਸੀਂ ਉਹਨਾਂ ਨੂੰ ਜਿੱਦਾਂ ਦੀ ਜ਼ਿੰਦਗੀ ਦੇ ਜਿਹੜੇ ਪਹਿਲਾਂ ਵੀ ਅਸੀਂ ਭੋਗਦੀਆਂ ਪਈਆਂ ਨੇ ਆ, ਉਹ ਇਹੀ ਹੈ ਨਾ ਕਿ ਮਾਵਾਂ ਨੇ ਆਪਣੇ ਲੜਕਿਆਂ ਨੂੰ ਉਹ ਚੀਜ਼ਾਂ ਸਮਝਾਈਆਂ ਹੀ ਨਹੀਂ। ਜੇ ਗਾਲਾਂ ਕੱਢਦੇ ਨੇ, ਪਰਵਰਿਸ਼ ਕਿਹਨੇ ਕੀਤੀ ਆ? ਪਰਵਰਿਸ਼ 5-4 ਸਾਲ ਤੱਕ ਤਾਂ ਮਾਂ ਦੇ ਕੋਲ ਹੀ ਰਹਿੰਦਾ ਨਾ ਬੱਚਾ, 5-7 ਸਾਲ ਤੱਕ ਤਾਂ ਮਾਂ ਦੇ। ਲੜਕੇ ਤਾਂ ਬਾਅਦ ਚ ਵੀ ਮਾਂ ਦੇ ਨਾਲ ਹੀ ਰਹਿੰਦੇ, ਮਦਰਲੀ ਹੁੰਦੇ ਨੇ ਉਹ ਜ਼ਿਆਦਾ। ਜੇ ਹੁਣ ਮਾਂ ਚੀਜ਼ਾਂ ਇਹ ਸਮਝਾਊਗੀ ਬੱਚੇ ਨੂੰ ਤਾਂ ਸਮਝ ਆਊਗੀ ਨਾ ਜਾ ਕੇ। ਬਾਕੀ ਜਿਹੜੀ ਤੁਸੀਂ ਸਕੂਲਾਂ ਦੀ ਗੱਲ ਕਰਦੇ ਆ ਨਾ, ਇੰਟਾਇਰਲੀ ਡਿਫਰੈਂਟ ਮਾਹੌਲ ਹੋਇਆ ਹੋਇਆ। ਇਹ ਜਦੋਂ ਦੀ CBSE ਸਕੂਲ ਦੀ ਜਿਹੜੀ ਐਜੂਕੇਸ਼ਨ ਸੈਂਟਰਲਾਈਜ਼ ਹੋਈ ਆ, ਉਦੋਂ ਤੋਂ ਬਾਅਦ ਦੇ ਵਿੱਚ ਬੱਚਿਆਂ ਦੇ ਉੱਤੇ ਕੰਟਰੋਲ ਟੀਚਰਾਂ ਦਾ ਖਤਮ ਕਰ ਦਿੱਤਾ। ਜਦੋਂ ਤੱਕ CBSE ਸਕੂਲ ਨਹੀਂ ਸੀ, ਟੀਚਰਾਂ ਦਾ ਪੂਰਾ ਕੰਟਰੋਲ ਹੁੰਦਾ ਸੀ, ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਕੋਈ ਅੱਖਾਂ ਕੱਢ ਕੇ ਦੇਖ ਨਹੀਂ ਸੀ ਸਕਦਾ ਹੁੰਦਾ ਟੀਚਰ ਨੂੰ, ਬੱਚਾ ਥਾੜ ਪੈ ਜਾਂਦੀਆਂ ਹੁੰਦੀਆਂ ਸੀਗੀਆਂ। ਹੁਣ ਤਾਂ ਹੱਥ ਹੀ ਨਹੀਂ ਲਾਉਂਦਾ ਕੋਈ ਵੀ ਬੈਠਾ। ਬਾਕੀ ਜਿਹੜੀਆਂ ਸਾਡੀਆਂ ਸਰਕਾਰਾਂ ਨੇ, ਉਹਨਾਂ ਨੇ ਆਪਣੀ ਮਤਲਬ ਪ੍ਰਸਤੀ ਦੇ ਲਈ ਜਿਹੜੀਆਂ ਚੇਂਜਿਸ ਲਿਆਈ ਜਾਂਦੇ ਆ, ਐ ਨਹੀਂ ਹੋਣਾ ਉਹ ਨਹੀਂ ਹੋਣਾ। ਉਹਦੇ ਵਿੱਚ ਹੈ ਕੀ ਆ, ਯੂਥ ਕਿੱਧਰ ਨੂੰ ਜਾ ਰਹੀ ਹੈ। ਛੋਟੀ ਉਮਰ ਦੇ 9ਵੀਂ ਕਲਾਸ ਦੇ ਲੜਕੇ ਬਹੁਤ ਵੱਡੇ ਨਾਮੀ ਸਕੂਲਾਂ ਦੇ ਡਰੱਗਸ ਲੈਂਦੇ ਨੇ, ਸਾਰੀਆਂ ਚੀਜ਼ਾਂ ਕਰਦੇ ਨੇ ਜਿਹੜੀਆਂ ਤੁਸੀਂ ਸੋਚੀਆਂ ਵੀ ਨਹੀਂ ਹੁੰਦੀਆਂ ਜਾ ਕੇ। ਕੁੜੀਆਂ ਦਾ ਵੀ ਇਹੀ ਹਾਲ ਹੈ ਤੇ ਲੜਕਿਆਂ ਦਾ ਵੀ ਇਹੀ ਹਾਲ ਹੈ। ਤੇ ਇਹ ਐਮਪਾਵਰਮੈਂਟ ਤਾਂ ਨਹੀਂ ਹੈਗੀ, ਇਹ ਤਾਂ ਐਮਪਾਵਰਮੈਂਟ ਦੇ ਨਾਂ ਦੇ ਤੇ ਮਾਡਰਨਿਟੀ ਦੇ ਨਾਂ ਦੇ ਉੱਤੇ ਇਹ ਹਿਊਮੈਨਿਟੀ ਦੇ ਨਾਲ ਹੀ ਧੋਖਾ ਹੋ ਰਿਹਾ। ਲੜਕੇ ਵੀ ਖਰਾਬ ਹੋ ਰਹੇ ਨੇ, ਲੜਕੀਆਂ ਵੀ ਖਰਾਬ ਹੋ ਰਹੀਆਂ ਨੇ। ਇਹ ਤਾਂ ਬਹੁਤ ਵੱਡਾ ਇਸ਼ੂ ਹੈ ਸਮਾਜਿਕ। ਸਾਡਾ ਸਮਾਜ ਹੀ ਸਾਰੇ ਦਾ ਸਾਰਾ ਜਿਹੜਾ ਉਹ ਬੈਕਫੁੱਟ ਤੇ ਜਾ ਰਿਹਾ। ਸਾਡੀ ਜਨਰੇਸ਼ਨ ਖਰਾਬ ਹੋ ਰਹੀ ਹੈ। ਇਹ ਤਾਂ ਬਹੁਤ ਵੱਡਾ ਇਸ਼ੂ ਹੈ। ਨਿਸ਼ਾ ਸ਼ੋਭਿਤਾ, ਤੁਸੀਂ ਆਪ ਸੋਚ ਲਓ ਹੁਣ, ਅਗਲੀ ਵਾਰੀ ਉੱਠ ਕੇ ਆਣਾ 4 ਵਾਰੀ। ਤੁਸੀਂ ਆ ਜਾਓ ਮੈਡਮ। टॉपिक तो चल ही रहा है, इसके ऊपर बोलो। ਹਾਂ, ਟੌਪਿਕ ਤੇ ਚੱਲ ਹੀ ਹੈ। ਇੰਨਾ ਵਧੀਆ ਟੌਪਿਕ ਚੱਲ ਰਿਹਾ ਜਿਹੜਾ ਅਸੀਂ ਹਰ ਵੇਲੇ ਇਹਨਾਂ ਚੀਜ਼ਾਂ ਨੂੰ ਦਿਮਾਗ 'ਚ ਵੀ ਹੁੰਦੀਆਂ ਨੇ, ਹਰ ਵੇਲੇ ਡਿਸਕਸ ਨਹੀਂ ਕਰ ਸਕਦੇ। ਜਦੋਂ ਬੋਲਣ ਲੱਗੀ ਤਾਂ ਨਾ ਸੁਣਨ ਵਾਲੇ ਕਹਿ ਦਿੰਦੇ ਨੇ ਤੁਸੀਂ ਸਾਰਾ ਦਿਨ ਇਹੀ ਚੀਜ਼ਾਂ ਬੋਲੀ ਜਾਂਦੇ ਬੈਠੇ। ਵਿੱਚੋਂ ਵੀ ਕੁਐਸਚਨ ਕਰ ਸਕਦੇ ਨੇ ਸਾਡਾ ਕੁਝ ਨਹੀਂ ਵੀ ਅੱਜ ਕੱਲ੍ਹ ਕੀ ਹੋ ਰਿਹਾ। ਆ ਜਾਓ ਉੱਠ ਕੇ, ਤੁਸੀਂ ਆ ਜਾਓ। ਹੁਣ ਅਗਲਾ ਨੈਕਸਟ ਨਿਸ਼ਾ, ਫਿਰ ਮਨਜੀਤ, ਫਿਰ ਸ਼ੋਭਿਤਾ, ਵਾਰੀ ਸਾਰੇ ਜਣੇ ਆਓ। ਨਹੀਂ, ਆਪਾਂ ਤੁਹਾਡੇ ਤੋਂ ਕੁਐਸਚਨ ਹੀ ਕਰ ਲੈਂਦੇ ਬੈਠ ਕੇ, ਫਿਰ ਤੁਸੀਂ ਉਹਦੇ ਡਾਇਰੈਕਟ ਕਰ ਲਓ। ਹਾਂ, ਜੇ ਨਹੀਂ ਬੋਲਣਾ ਤਾਂ ਆਪਾਂ ਕੁਐਸਚਨ ਕਰ ਲੈਂਦੇ ਹਾਂ। ਨਹੀਂ 2-2 ਮਿੰਟ ਬੋਲ ਲੈਣ ਦਿਓ, ਇੱਦਾਂ ਤਾਂ ਫਿਰ ਆਓ। ਮੈਡਮ ਤੁਹਾਡਾ ਬੇਟਾ ਜੰਗ ਹੈ, ਤੁਸੀਂ ਇਹ ਦੱਸਣਾ ਕਿ ਲੜਕਿਆਂ ਦੀ ਗਰੋਥ ਮਾਵਾਂ ਨੂੰ ਕਿਸ ਤਰ੍ਹਾਂ ਨਾਲ ਕਰਨੀ ਚਾਹੀਦੀ ਹੈ। ਇਹਦੇ ਤੇ 2 ਮਿੰਟ ਬੋਲੋ ਤੁਸੀਂ। ग्रोथ ना मैं कुछ भी दिन ना मैं घरां दा ही जो खांदा घर दा ही खांदा। ਨਹੀਂ ਗਰੋਥ ਦਾ ਮਤਲਬ ਹੈ ਕਿ ਬੱਚੇ ਨੂੰ ਜਿਹੜਾ ਸੰਸਕਾਰ, ਕਿੱਦਾਂ ਪਰਵਰਿਸ਼। ਸੰਸਕਾਰ ਦੇਣੇ ਚਾਹੀਦੇ ਆ ਕਿ ਜਿਹੜਾ ਉਹ ਸਮਾਜ ਦੇ ਵਿੱਚ ਆਪਣੀ ਵੀ ਰਿਸਪੈਕਟ ਬਣਾਵੇ ਔਰ ਸਭ ਦੀ ਰਿਸਪੈਕਟ ਕਰੇ। ਜਿਹੜੀ ਉਹਦੇ ਨਾਲ ਲੇਡੀ ਦਾ ਵਿਆਹ ਹੋਵੇ ਲੜਕੀ ਦਾ, ਉਹਦੀ ਵੀ ਉਹ ਰਿਸਪੈਕਟ ਕਰੇ। ਉੱਥੇ ਇਹ ਇਸ਼ੂ ਨਹੀਂ ਅਰਾਈਜ਼ ਹੋਣੇ ਚਾਹੀਦੇ। वैसे तो मेरा मुंडा बहुत ज़्यादा नाइस है कि पहले शुरू तो ही उन्होंने मैं कंट्रोल किया हुआ है कि 7वीं च ਉਹਦੇ ਫਾਦਰ ਪੂਰੇ ਹੋ ਗਏ ਤੇ ਮੈਂ ਉਹਨੂੰ ਜੋਬ ਤੇ ਲਗਾਤਾ ਕਿ ਇੱਧਰ ਉੱਧਰ ਨਸ਼ਿਆਂ 'ਚ ਨਾ ਘੁੰਮੇ ਤੇ ਆਪਣੇ ਪੜ੍ਹਾਈ ਵੱਲ ਧਿਆਨ ਰੱਖੇ। ਆਪਣੇ ਵੀ ਕਮਾ ਕੇ ਉਹਨੂੰ ਕਿੱਦਾਂ ਵੀ ਖਾਣਾ, ਉਹਨੇ ਕਿੱਦਾਂ ਆਪ ਦੇਖਣਾ, ਆਪਣੇ ਆਪ ਨੂੰ ਕਿੱਦਾਂ ਅੱਗੇ ਆਉਣ ਵਾਲੀ ਨੂੰ ਦੇਖਣਾ ਕਿ ਕਿੱਦਾਂ ਮੈਨੂੰ ਸੰਭਾਲਣਾ ਉਹਨੇ। ਕਿ ਉਹਦੇ ਵਿੱਚ ਇੰਨੇ ਕੋ ਹੈਗੇ ਵੀ ਖਾਣਾ ਪੀਣਾ, ਮੈਂ ਲੇਟ ਹੋ ਜਾਂਦੀ, ਉਹ ਖੁਦ ਆਪਣਾ ਖਾਣਾ ਪੀਣਾ ਬਣਾ ਕੇ ਮੇਰਾ ਰੱਖ ਕੇ ਵਿਹਲਾ ਹੁੰਦਾ ਉਹ। ਤੇ ਜੋਬ ਤੇ ਵੀ ਜਾਣਾ ਉਹਨੇ। ਤੇ ਅੱਜ ਉਹਨੂੰ ਸੰਡੇ ਦੀ ਛੁੱਟੀ ਹੈ, ਉਹਨੂੰ ਮੈਂ ਕਿਹਾ ਸੀਗਾ ਵੀ ਚੱਲ ਮੇਰੇ ਨਾਲ। ਕਹਿੰਦਾ ਮੰਮੀ ਉੱਥੇ ਲੇਡੀਜ਼ ਦਾ ਕੰਮ ਹੈ, ਮੈਂ ਨਹੀਂ ਜਾਣਾ। ਤੁਸੀਂ ਜਾਓ। ਲੜਕਾ ਮੇਰਾ ਬਹੁਤ ਜ਼ਿਆਦਾ ਉਹ ਹੈਗਾ, ਉਹਨੂੰ ਤਾਂ ਰਿਸ਼ਤੇ ਹੋਣੀ ਆ ਰਹੇ, ਮੈਂ ਪਰ ਕਰ ਨਹੀਂ ਰਹੀ। ਤੇ ਕੱਲ ਨੂੰ ਵੋਟੀ ਇਦਾਂ ਦੀ ਆ ਗਈ ਫਿਰ ਕੀ ਕਰੋਗੇ?
ਵੋਟੀ ਮੇਰੀ ਸੰਸਕਾਰੀ ਹੋਈ ਹੋਗੀ। ਨਹੀਂ ਨਹੀਂ, ਕੱਲ ਨੂੰ ਫੇਰ ਕੀ ਕਰੋਗੇ? ਫਿਰ ਉਹਨਾਂ ਦੇ ਹੱਥ ਛੱਡ ਦੇਣਾ, ਫਿਰ ਮੈਂ ਕੀ ਕਰੂੰਗੀ? ਉਹਨਾਂ ਨੂੰ ਸੰਭਾਲ ਨਹੀਂ ਸਕਦੀ। ਜਿੰਨੀ ਦੇਰ ਮੇਰਾ ਬੇਟਾ ਮੇਰੇ ਨਾਲ ਹੈ ਉਨੀ ਦੇਰ ਕੁਝ ਨਹੀਂ ਕਰ ਸਕਦੀ। ਮੇਰੇ ਤੇ ਡਿਪੈਂਡ ਕਰਦਾ ਕਿ ਮੈਂ ਵੋਟੀ ਨੂੰ ਪਿਆਰ ਨਾਲ ਰੱਖੂੰਗੀ, ਨਜਾਇਜ਼ ਉਹਨੂੰ ਬੋਲਾਂਗੀ ਨਹੀਂ, ਕੁਛ ਨਹੀਂ ਕਰਾਂਗੀ। ਤੇ ਆਪੀ ਉਹ ਮੇਰੇ ਵੱਲ ਦੀ ਹੈ, ਖਾਣਾ ਪੀਣਾ ਸਭ ਟਾਈਮ ਦਾ ਦਊਂਗੀ ਉਹਨੂੰ। ਫਿਰ ਵੀ ਜ਼ਿਆਦਾ ਉਹਨਾਂ ਦੇ ਅੱਗੇ ਉਹਨਾਂ ਦੇ ਮਾਂ-ਬਾਪ ਤੇ ਡਿਪੈਂਡ ਹੈ ਵੀ ਉਹਨਾਂ ਨੇ ਕਿੱਦਾਂ ਦੇ ਸੰਸਕਾਰ ਦਿੱਤੇ ਹੋਏ ਨੇ। ਕਿਉਂਕਿ ਮੈਨੂੰ ਲੱਗਦਾ ਜਿਹੜੀਆਂ ਅਸੀਂ ਮਾਵਾਂ ਆ ਨਾ, ਮਾਵਾਂ ਆਪਣੇ ਬੱਚਿਆਂ ਦੀ ਗਰੋਥ ਦੇ ਵਿੱਚ ਚੂਕ ਗਈਆਂ ਨੇ। ਉਹਨਾਂ ਨੂੰ ਗਰੋਥ ਨਹੀਂ ਦੇ ਪਾਈਆਂ, ਨਾ ਲੜਕਿਆਂ ਨੂੰ ਨਾ ਲੜਕੀਆਂ। ਉਹਨਾਂ ਨੇ ਆਪੇ ਆਪਣੇ ਆਪ ਨੂੰ ਨਾ ਹਵਾਲੇ ਕੀਤਾ ਹੈ ਕਿ ਜਿੱਦਾਂ ਸਾਨੂੰ ਆਦਮੀ ਜਿੱਦਾਂ ਦੀ ਜ਼ਿੰਦਗੀ ਦੇਣਗੇ ਅਸੀਂ ਜੀ ਜਾਣੀ ਆ ਬਸ। ਸਾਡਾ ਕੰਮ ਆ ਬੱਚੇ ਪੈਦਾ ਕਰਨਾ, ਘਰ ਦਾ ਰੋਟੀਆਂ ਰਾਟੀਆਂ ਬਣਾ ਕੇ ਆਰਾਮ ਦੇ ਨਾਲ ਵਿਹਲੇ ਹੋ ਕੇ। ਅੱਜ ਤੱਕ ਸਾਡੇ ਸਮਾਜ 'ਚ ਇਹੀ ਹੁੰਦਾ ਸੀ, ਔਰਤ ਦਾ ਕੰਮ ਘਰ ਦਾ ਕੰਮ ਕਰਨਾ ਹੈ, ਘਰ ਸੰਭਾਲਣਾ। ਔਰ ਬਹੁਤ ਸਾਰੀਆਂ ਵੈਲ ਐਜੂਕੇਟਡ ਔਰਤਾਂ ਨੇ ਜਿਨ੍ਹਾਂ ਦੇ ਵਿਆਹ ਹੁੰਦੇ ਨੇ ਵੱਡੇ ਵੱਡੇ ਘਰਾਂ ਦੇ ਵਿੱਚ, ਘਰਾਣਿਆਂ ਦੇ ਵਿੱਚ, ਇਹ ਕਹਿ ਕੇ ਕਿ ਇਹ ਕੰਮ ਨਹੀਂ ਕਰੇਗੀ, ਘਰ ਦਾ ਕੰਮ ਸਾਰਾ ਕਰ ਲੂਗੀ ਪਰ ਕੰਮ ਨਹੀਂ ਕਰੂਗੀ ਇਹ। ਸਾਡੇ ਵੀ ਇੱਥੇ ਗਰੀਬੀ ਦੇ ਪੜ੍ਹਨ ਦਾ ਸਾਨੂੰ ਸ਼ੌਂਕ ਦਾ, ਲੇਕਿਨ ਮਾਂ-ਬਾਪ ਅਸੀਂ 5 ਭੈਣ ਭਰਾ ਤੇ ਪੜ੍ਹਾ ਨਹੀਂ ਪਾਏ। ਤੇ ਮੇਰੇ ਹਸਬੰਡ ਨੇ ਬਾਅਦ 'ਚ ਪੜ੍ਹਾਇਆ ਮੈਨੂੰ, ਵਿਆਹ ਤੋਂ ਬਾਅਦ। ਸਾਰਾ ਕੁਝ ਜੋ ਮੈਂ ਕੋਰਸ ਕੀਤਾ, ਇਹਦੀ 10ਵੀਂ ਵੀ ਬਾਅਦ 'ਚ ਕੀਤੀ, ਪਲੱਸ 2 ਵੀ ਬਾਅਦ 'ਚ ਕੀਤੀ ਹੈ, ਬਾਅਦ 'ਚ ਸਿੱਖਿਆ ਹੀ ਨਹੀਂ ਸਾਰਾ ਕੁਝ ਮੈਂ ਇੱਥੇ ਆ ਕੇ ਕੀਤਾ। ਹੁਣ ਜਦੋਂ ਮੇਰੀ ਪ੍ਰਮੋਸ਼ਨ ਦੀ ਉਹ ਹੋਈ ਤੇ ਮੇਰੀ ਉਮਰ ਟੱਪ ਗਈ। ਚੱਲ ਕੋਈ ਗੱਲ ਨਹੀਂ, ਜਿਹੜਾ ਸਿੱਖ ਲਿਆ ਤਾਂ ਤੁਹਾਡੇ ਕੋਲ ਆ, ਉਮਰ ਬਹੁਤ ਹੁੰਦੀ ਆ ਕੰਮ ਕਰਨ ਦੀ। ਕੰਮ ਕਰਨ ਦੀ ਕੋਈ ਉਮਰ ਨਹੀਂ ਹੈ, ਤੁਹਾਡੇ ਜਿਹੜਾ ਆਰਟ ਹੈ ਤੁਹਾਡੇ ਕੋਲ ਹੀ ਆ, ਬਸ ਬੱਟੇ ਕਰੀ ਬਸ। ਆ ਜਾ ਨਿਸ਼ਾ, ਤੇਰੀ ਮੰਮੀ ਬੜੀ मैं फर्स्ट टाइम अटेंड कर रही हूँ, समझ नहीं आ रहा ਜੋ ਆਂਦਾ ਸਮਝ ਬੋਲਦੇ। जिस तरह आप गल कर रहे हैं कि इंपावरमेंट लेडीज़ ਨੂੰ ਵੀ ਕਿਸ ਤਰ੍ਹਾਂ ਮਿਲੇਗੀ, ਹੈ ਨਾ। ਮੇਰੀ ਇਹ ਸੋਚ ਹੈ ਕਿ ਜਿਹੜੀ ਇੰਪਾਵਰਮੈਂਟ ਹੈ ਸਾਨੂੰ ਨਾ ਤੁਸੀਂ ਦੇਣੀ, ਨਾ ਇਹਨਾਂ ਨੇ ਦੇਣੀ ਹੈ, ਨਾ ਇਹਨਾਂ ਨੇ ਦੇਣੀ ਹੈ। ਅਸੀਂ ਖੁਦ ਪੈਦਾ ਕਰਨੀ ਹੈ ਆਪਣੇ ਲਈ। ਇੱਕ ਐਗਜ਼ਾਮਪਲ ਮੈਂ ਦੇਣੀ ਹੈ ਆਪਣੀ ਲਾਈਫ ਦਾ। ਜਦੋਂ ਮੇਰੀ ਮੈਰਿਜ ਹੋਈ, ਠੀਕ ਹੈ, ਮੇਰੀ ਬੇਟੀ ਹੋਈ, ਮੈਂ ਆ ਗਈ ਸੀ ਆਪਣੇ ਪੇਰੈਂਟਸ ਕੋਲ ਤੇ ਉਹਨਾਂ ਨੇ ਕਿਹਾ ਵੀ ਹੁਣ ਕੁੜੀ ਹੋ ਗਈ ਇਹਦੇ ਤੇ ਹੁਣ ਇਹ ਕਿੱਥੇ ਜਾਏਗੀ, ਠੀਕ ਹੈ ਨਾ। ਉਹਨਾਂ ਦੇ ਦਿਮਾਗ 'ਚ ਇਹ ਬੈਠਾ ਹੋਇਆ ਸੀਗਾ ਕਿ ਇਹ ਕੁਝ ਕਰ ਨਹੀਂ ਸਕੇਗੀ। ਸਭ ਦੇ ਪਰ ਦਿਮਾਗ 'ਚ ਮੇਰੇ ਅੰਦਰ ਸੀਗਾ ਕਿ ਨਹੀਂ, ਮੈਂ ਸਵਾਭਿਮਾਨ ਨਾਲ ਜੀਣਾ ਹੈ, ਮੈਂ ਇਹਨਾਂ ਦੇ ਨਹੀਂ ਜੀ ਸਕਦੀ ਇਸ ਤਰ੍ਹਾਂ। ਮੈਂ ਸਾਰਾ ਛੱਡ ਕੇ ਆ ਗਈ, ਮੈਂ ਕਿਹਾ ਨਹੀਂ, ਮੈਂ ਨਹੀਂ ਰਹਿਣਾ, ਮੈਂ ਰਹਿਣਾ ਹੀ ਨਹੀਂ। ਹੁਣ ਇਹ ਬਾਈ ਬਰਥ ਇਹ ਮੇਰੇ ਕੋਲ ਹੈ, ਇਹਦਾ ਹੀ ਕਰ ਰਹੀ ਹੈ ਤੇ ਹੁਣ ਉਹ ਬੈਠੇ ਸੋਚ ਰਹੇ ਹੈ ਕਿ ਇਹ ਹੋਇਆ ਕੀ ਸਾਡੇ ਨਾਲ। ਬਲਕਿ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਸਾਡੀ ਵੈਲਿਊ ਹੈ ਅਸੀਂ ਖੁਦ ਪੈਦਾ ਕਰਨੀ ਹੈ, ਸਾਨੂੰ ਕਿਸੇ ਨੇ ਨਹੀਂ ਦੇਣੀ। ਥੈਂਕ ਯੂ। ਦੇਖੋ ਉਸ ਰਸਤੇ ਦੇ ਵਿੱਚ ਕਿੰਨੀਆਂ ਇਹਦੇ ਲਈ ਮੁਸੀਬਤਾਂ ਆਈਆਂ ਹੋਈਆਂ ਨੇ। ਛੋਟੇ ਜਿਹੇ ਬੱਚੇ ਨੂੰ ਪੈਦਾ ਹੋਣ ਤੋਂ ਪਹਿਲਾਂ ਇਹ ਅੱਡ ਹੋ ਕੇ ਆਪਣੇ ਪੇਰੈਂਟਸ ਦੇ ਕੋਲ ਆ ਗਈ ਸੀ, ਗਈ ਨਹੀਂ। ਬੱਚਾ ਪੈਦਾ ਹੋਇਆ, ਛੋਟੇ ਬੱਚੇ ਨੂੰ ਪਾਲਣਾ ਕਿੰਨਾ ਮੁਸ਼ਕਿਲ ਹੁੰਦਾ। ਕਦੇ ਬੱਚਾ ਬਿਮਾਰ ਹੁੰਦਾ, ਕਦੇ ਕੁਝ ਹੁੰਦਾ ਹੈ, ਕਦੇ ਰਾਤ ਨੂੰ ਜਾਗਣਾ ਪੈਂਦਾ, ਕਦੇ ਉਹਨੂੰ ਦਵਾਈ ਲੈਣ ਜਾਣਾ ਪੈਂਦਾ। 4-5 ਸਾਲ ਤੱਕ ਬੜੀ ਦਿੱਕਤ ਹੁੰਦੀ ਆ। ਉਸ ਤੋਂ ਬਾਅਦ LKG UKG ਤੋਂ ਲੈ ਕੇ ਨਰਸਰੀ ਤੋਂ ਲੈ ਕੇ ਪੜ੍ਹਾਉਣਾ। ਅੱਜ ਉਹ ਗ੍ਰੈਜੂਏਸ਼ਨ 2nd ਈਅਰ ਦੇ ਵਿੱਚ ਆ ਤੇ ਮੇਰੇ ਖਿਆਲ ਦੇ ਵਿੱਚ ਨਿਸ਼ਾ ਨੂੰ ਇਹ ਸੋਚ ਕੇ ਬੜਾ ਫਖਰ ਹੋਊਗਾ ਕਿ ਮੈਂ ਇਹ ਚੀਜ਼ ਜਿਹੜੀ ਆ ਖੁਦ ਕ੍ਰੀਏਟ ਕਰਕੇ ਖੁਦ ਬਿਲਡ ਕੀਤੀ ਆ। ਠੀਕ ਹੈ ਨਾ। ਇਹ ਸਕੂਲ ਮਿਲ ਰਿਹਾ। ਹਾਂ, ਹੁਣ ਤੈਨੂੰ ਇਹ ਲੱਗਦਾ ਹੋਗਾ ਕਿ ਮੈਂ ਇਹ ਚੀਜ਼ ਜਿਹੜੀ ਹੈ ਮੇਰੀ ਕ੍ਰੀਏਸ਼ਨ ਹੈ, ਮੈਂ ਕ੍ਰੀਏਟ ਕਰਕੇ ਉਹ ਵਾਕਈ ਤੇਰੇ ਨਾਲੋਂ ਵੱਡੀ ਹੋ ਗਈ ਵੈਸੇ ਵੀ ਤੇ ਵੈਸੇ ਵੀ ਵੱਡੀ ਹੋ ਗਈ। ਠੀਕ ਹੈ ਨਾ। आओ जी अगे किने आना तो आने मनजीत। मैं एक टिप्पणी ही बोलूँगी जो बेटे और बेटी ਦੇ ਵਿੱਚ ਫਰਕ ਕੀਤਾ ਜਾਂਦਾ ਵਾ ਉਹਦੇ ਰਿਲੇਟਡ ਹੀ ਮੈਂ ਲਿਖੀ ਸੀਗੀ। ਜੇ ਪੁੱਤਰ ਹੱਟਾ ਤੇ ਨਹੀਂ ਵਿਕਦੇ, ਧੀਆਂ ਨਾ ਮਿਲਣ ਬਾਜ਼ਾਰ ਕੁੜੇ, ਇਹ ਸੱਚੇ ਸੌਦੇ ਨੇ, ਨਾ ਨਕਦ ਮਿਲੇ ਨਾ ਧਾਰ ਕੁੜੇ, ਨਾ ਨਕਦ ਮਿਲੇ ਨਾ ਧਾਰ ਕੁੜੇ। ਜੇ ਪੁੱਤਰਾ ਸੰਗ ਬੇਲ ਵੱਧਦੀ ਏ ਤਾਂ ਧੀਆਂ ਸੰਗ ਫੁੱਲਦੀ ਏ ਫੁਲਵਾੜੀ, ਇਹ ਗੋਦੀ ਵੀਰ ਖੜਾਉਂਦੀਆਂ ਨੇ, ਇਹ ਖੁਸ਼ਬੂ ਆਪ ਫੁਲਾਉਂਦੀਆਂ ਨੇ, ਇਹ ਫੁੱਲਾਂ ਦੀ ਨੇ ਵਾੜ ਕੁੜੇ। ਜੇ ਪੁੱਤਰ ਹੱਟਾ ਤੇ ਨਹੀਂ ਵਿਕਦੇ, ਧੀਆਂ ਨਾ ਮਿਲਣ ਬਾਜ਼ਾਰ ਕੁੜੇ, ਇਹ ਧੀਆਂ ਨਾ ਮਿਲਣ ਬਾਜ਼ਾਰ ਕੁੜੇ।
ਜਿੱਦਾਂ ਕਿ ਇੱਕ ਕਹਿ ਦਿੰਦੇ ਆਪਣੇ ਸਮਾਜ ਦੇ ਵਿੱਚ ਕਿ ਇੱਕ ਮੁੰਡੇ ਬਿਨਾ ਕੁਝ ਨਹੀਂ ਹੋ ਸਕਦਾ ਤੇ ਧੀਆਂ ਬਿਨਾ ਵੀ ਕੋਈ ਘਰ ਨਹੀਂ ਚੱਲ ਸਕਦਾ ਗਾ। ਜੇ ਮੁੰਡੇ ਅੱਗੇ ਵੱਧ ਰਹੇ ਨੇ ਤੇ ਕੁੜੀਆਂ ਵੀ ਅੱਗੇ ਵੱਧ ਰਹੀਆਂ ਨੇ, ਕਿਉਂਕਿ ਇੱਕ ਪੇਰੈਂਟਸ ਨੂੰ ਮੌਕਾ ਦੇਣਾ ਚਾਹੀਦਾ ਆਪਣੀਆਂ ਧੀਆਂ ਨੂੰ ਅੱਗੇ ਵਧਣ ਦਾ, ਔਰ ਕੁਝ ਉਹਨਾਂ ਨੂੰ ਉਹ ਹਮੇਸ਼ਾ ਆਪਣੇ ਪੇਰੈਂਟਸ ਦੀ ਇੱਜ਼ਤ ਵੀ ਰੱਖਦੀਆਂ ਨੇ ਔਰ ਆਪਣੇ ਸੁਪਨੇ ਪੂਰੇ ਵੀ ਕਰਦੀਆਂ ਨੇ। ਜੇ ਪੇਰੈਂਟਸ ਦੀ ਸਪੋਰਟ ਆ ਤੇ ਉਹ ਸਾਰਾ ਕੁਝ ਕਰ ਸਕਦੇ ਆ, ਜੇ ਪੇਰੈਂਟਸ ਦੀ ਸਪੋਰਟ ਨਹੀਂ ਤੇ ਉਹ ਕੁਝ ਨਹੀਂ ਕਰ ਸਕਦੇ ਆ। ਇਸ ਲਈ ਸਭ ਤੋਂ ਵੱਧ ਧੀਆਂ ਨੂੰ ਸਪੋਰਟ ਕਰਨਾ ਚਾਹੀਦਾ ਵਾ, ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਵਾ। ਔਰ ਬੇਟੀ ਦਾ ਵੀ ਕਦੇ ਫੈਸਲਾ ਗਲਤ ਨਹੀਂ ਹੁੰਦਾ ਗਾ, ਉਹ ਆਪਣੀ ਲਾਈਫ 'ਚ ਵੀ ਵਧੀਆ ਇੱਕ ਜ਼ਿੰਦਗੀ ਜੀਣਾ ਚਾਹੁੰਦੀ ਤੇ ਆਪਣੀ ਫੈਮਿਲੀ ਦਾ ਵੀ ਨਾਮ ਰੋਸ਼ਨ ਕਰਨਾ ਚਾਹੁੰਦੀ ਹੈ। आ जाओ शोभिता, ऊंची बोले तो ऊंची, माइक नहीं है ना। सबने अपनी अपनी फीलिंग्स शेयर की, तो मैं भी अपनी लाइफ के बारे में सबको थोड़ा सा शेयर करना चाहती हूँ। मेरे पेरेंट्स बहुत जल्दी छोटी एज में एक्सपायर हो गए, तो मैंने शादी भी अपनी खुद अरेंज मैरिज ही थी, लेकिन मैंने उसको सारा खुद ही सारा प्रिपरेशन सब कुछ खुद की, फाइनेंशियली भी कुछ भी जो भी अरेंजमेंट करने थे सारे खुद करे, और मेरे साथ कोई नहीं था। फिर भी मैं डट के खड़ी रही कि नहीं, मैं अपनी लाइफ को सेट करूँगी, फैमिली में जाऊँगी। चलो फिर मेरी शादी हुई, लेकिन वहाँ भी सही नहीं रह पाया क्योंकि जो जिसके पेरेंट्स नहीं होते ना, मैंने देखा उन लड़कियों को और भी ज़्यादा दबाया जाता है कि इनके पीछे कोई सपोर्ट नहीं है। जैसे मैम ने कहा कि लड़कियों के पीछे नाम लगता है या तो फादर का या हस्बैंड का। आज भी मैं आधार कार्ड उठा लो, कुछ भी उठा लो डॉक्यूमेंट, मैं हमेशा देखती हूँ कि उसमें एक गार्डियन का या फिर एक होता है एक कॉलम, या तो डॉटर ऑफ या फिर वाइफ ऑफ। तो मैं अभी डॉटर तो चलो हूँ, पेरेंट फादर का नाम तो मेरे साथ है, लेकिन यह है कि मैं हमेशा खड़ी रही। डिवोर्स हुआ मेरा, तो जब मैं सेपरेशन के फेस में थी, मैं बहुत ज़्यादा डिप्रेशन में थी, तो मुझे संभालने वाला कोई नहीं था। फिर भी मैंने खुद को खुद संभाला। मुझे पता था कि मुझे कोई संभालने नहीं आएगा। अपनी, जैसे इन्होंने कहा कि खुद को खुद स्टैंड करना पड़ता है, अपनी वैल्यू खुद बनानी पड़ती है, तो मैंने मेडिटेशन वगैरह करके खुद को दोबारा स्टैंड किया। डिवोर्स हुआ, अभी भी मैं देखती हूँ कि जो मैंने महसूस किया है, समाज में ना बहुत बड़ा टैबू बना हुआ है डिवोर्स का, कि लोग बोलते हैं अच्छा डिवोर्स हो गया, किसी को बताओ मत, ये बात छुपा लो। और हमें भी लोगों का बिहेवियर देख के ना हेजिटेशन कई बार होती है कि क्यों अपनी वैसे भी ये जो टॉपिक है सबका पर्सनल लाइफ है, तो क्यों उस चीज़ को, अब हमने जैसे इंट्रोडक्शन दी तो हमने सबने अपनी प्रोफेशनल लाइफ और एक हमारे जो इंटरेस्ट थे उसके बारे में बात की, उसके बाद हम वुमेन एम्पावरमेंट डिस्कस करने बैठे। तो इंट्रोडक्शन सबकी यही होनी चाहिए कि उनको क्या चीज़ पसंद है करनी। मैरिज कभी भी किसी की इंट्रोडक्शन नहीं होनी चाहिए। अब कहीं जाओ रिलेशनशिप, मतलब कहीं मैरिजेस वगैरह में, तो लोग हमेशा ये पूछते हैं कि शादी नहीं हुई, अच्छा अभी डिवोर्स हुआ भी नहीं होता, सेपरेशन फेज में थी, अच्छा दोबारा शादी का क्या सोचा है। मैंने कहा भी रुक जाओ, मेरे को मेरी लाइफ तो देखने दो, जो है पहले उसको तो निबेड़ने दो। तो मैंने ये देखा कि लोगों की सोच बहुत ज़्यादा पिछड़ी है इस मामले में। अब नहीं सोचना, जो कहता है ना डाइवोर्स के बारे में बताना नहीं, उसको याद कर लेना, ठीक है। हाँ, अब नहीं सोचना ऐसे, जो है सो है। मैरिज तो एक पार्ट ऑफ लाइफ है, कितनी सी इंसिडेंट है, पूरी लाइफ थोड़ी है। शादी के बाद भी लाइफ होती है, पहले भी होती है। अब वो इंसिडेंट अगर एक्सीडेंट में बदल गई तो इंसिडेंट अगर पॉजिटिविटी में बदल जाती है तो ठीक है, नहीं बदली तो ना सही भाई, फिर क्या हो गया, जाओ, ठीक है ना। जिंदगी तो जीनी है ना अपनी, उसको थोड़ी छोड़ सकते हैं। और जे बहुत हार्ड वर्किंग है, बहुत काम करती है, फोटोग्राफी इसको बहुत अच्छी आती है। जी दिल्ली से हमारे पास आई है पता नहीं कैसे आई है मैं तो उस समय थी नहीं, मैं दुबई गई हुई थी, तो पीछे से वो शर्मा जी आते हैं ना, अंकल जी सतपाल शर्मा जी, उनको उनके कांटेक्ट में होगी किसी तरह से, तो ये उस समय आई थी मेरे पास। मैं मोटिवेशनल पोएम्स लिखती हूँ, तो मैंने किधर आओ, जोर से बोलना, ऊंची बोलना। टूट कर बिखरा घोंसला और मंजर हो तूफान का, यकीनन दिव्य संकेत है वक्त आ गया उड़ान का। टूट कर बिखरे घोंसला और मंजर हो तूफान का, यकीनन दिव्य संकेत है वक्त आ गया उड़ान का। क्यों अब तक दर्शक बने रहे। हम कह देते हैं ना कि देखते हैं हर चीज़ के लिए ना, हम टाल देते हैं, तो उस पर ये लाइन लिखी थी, क्यों अब तक दर्शक बने रहे, हौसले बुलंद करो। क्यों अब तक दर्शक बने रहे, हौसले बुलंद करो, उठकर संघर्ष करो, अब समय गया थकान का।
उठकर संघर्ष करो, अब समय गया थकान का। सच से बेखबर कोई लाख गलत समझे तुम्हें, सच से बेखबर कोई लाख गलत समझे तुम्हें। रब से कुछ नहीं छिपता क्या ना फायदा बखान का, रब से कुछ नहीं छिपता ना फायदा बखान का। जो खूबसूरत छवि बनाए वो झूठ नहीं फरेब है, जो खूबसूरत छवि बनाए वो झूठ नहीं फरेब है। दिल में आदर भाव नहीं क्यों मधुर जुबान का, जब दिल में आदर भाव नहीं क्यों मधुर जुबान का। माफ़ी मांग ले या औरों को माफ़ कर आगे बढ़े, माफ़ी मांग ले या औरों को माफ़ कर आगे बढ़े। शोभा झुकने में है यूं ना बंदी बन गुमान का, शोभा झुकने में है यूं ना बंदी बन गुमान का। टूट कर बिखरे घोंसला और मंजर हो तूफान का, यकीनन दिव्य संकेत है वक्त आ गया उड़ान का। एक लिखदी भी है ते बोलदी भी है। निष्ठा ਸਾਡੇ ਕੰਮ ਕਰਨ ਦਾ ਤਾਂ ਹੀ ਫਾਇਦਾ ਹੈ ਨਾ ਜੇ ਬੱਚੇ ਅੱਗੇ ਐਮਪਾਵਰਡ ਹੋਣਗੇ। ਲਾ ਦੇ ਹੁਣ ਨਾਰਾਜ਼ ਹੋ ਗਿਆ ਨਾ ਮੇਰੀ ਫੋਟੋ ਨਹੀਂ ਨਹੀਂ ਟੇਪ ਉਤਰ ਗਈ ਹੈ। ਚਲ ਕੋਈ ਗੱਲ ਰਹਿਣ ਦੇ, ਬਹਿ ਜਾ ਉੱਤੇ। ਨਹੀਂ ਜੀ ਲਾ ਰਹੇ ਦੋ ਲਓ। ਹਾਂ ਟੇਪ ਹੋਰ ਲਾਣੀ ਪੈਣੀ ਹੈ, ਉਖੜ ਰਿਹਾ। ਮੈਨੂੰ ਤਾਂ ਇੱਕੋ ਹੀ ਮਲਾਲ ਹੈ ਬਸ ਰੱਬ ਤੋਂ, ਜੇ ਰੱਬ ਹੈਗਾ ਤਾਂ ਅਗਲੀ ਵਾਰ ਬਣਨਾ ਤਾਂ ਲੜਕੀ ਆ, ਜੇ ਅਗਲਾ ਜਨਮ ਮਿਲੂਗਾ ਤਾਂ ਬਣਨਾ ਤਾਂ ਲੜਕੀ ਆ पर फिजिकली स्ट्रांग बनना चेहरा चेहरा थोड़ा इधर रखना है। जैसे मेरे हिसाब से वुमेन एम्पावरमेंट से फाइनेंशियली और इमोशनली स्ट्रांग रहना, जैसे कई लोग कहते हैं कि सोसाइटी के हिसाब से चलो लाइक वो मतलब सोसाइटी के अंदर वुमेन को हमेशा दबते हुए देखा जाता है, वैसे भी अगर आप देखो तो। बट मेरे हिसाब से अगर आप सोसाइटी को मौका ही ना दो वो आपको जज मतलब कंट्रोल करे, तो आप तो फिर अपनी फ्री की लाइफ जी सकते हो। बिकॉज मेरे हिसाब से लाइफ इज़ अ फ्लो। तो अगर आप सोसाइटी को बीच में ना लाओ, अगर किसी को कुछ कह रहे हैं तो कहते रहो, अपनी बातें करो, तो वो फिर आज मतलब अपने सपने तो सबको पूरे करने ही होते, चाहे वो मेल है चाहे वो फीमेल है। तो सपने पूरे करने के लिए लड़ना तो पड़ता ही है, वो तो हर कोई करता है। संघर्ष तो करना ही है, संघर्ष कहते हैं, स्ट्रगल तो करना पड़ता है, स्ट्रगल तो करना ही पड़ेगा है ना, वो तो पार्ट ऑफ लाइफ है सबका ही। हाँ। और नहीं मतलब और तो जैसे अगर पर्सनल बात करूँ अपनी, तो जैसे जो मेरे फादर वाली फैमिली है, दे आर पॉलिटिशियंस, तो उनकी फैमिली में हमेशा मैंने फीमेल को नीचे दबते हुए देखा है। लाइक अभी भी अगर मैं देखूँ, बट अगर मेरे नाना जी की बात करें सो ही वॉज लाइक कि नहीं, कि उनकी सोच अलग थी, कि उन्होंने अपनी सब बेटियों को अच्छे से पढ़ाया, स्टैंड किया, तो जाके शादी मतलब किया। तो ही बिलीव इन एम्पावरमेंट। तो मेरे को उनसे बहुत मोटिवेशन मिलती है कि हर एक मेल ऐसा नहीं होता है, हर किसी को अगर सही परवरिश दी जाए तो वुमन एक बहुत अच्छे तरीके से सोसाइटी के अंदर फिजिकली भी मेंटली भी और अच्छे से रह सकती है। थैंक यू। अपने सपने पूरे कर। आजा पूनम इधर कुछ तो बोल दे, जो फील करती है बोल दे। ਇਹਨੇ ਤਾਂ ਕਵਿਤਾ ਬੋਲਣੀ ਸੀ, ਕਹਿੰਦੀ मैं नहीं बोल रही थी, मैं नहीं बोल रही थी, कुछ बोल रहे हैं। कुछ तो बोल दे। ਕੁਝ ਕਰਕੇ ਦਿਖਾ ਦੇ, ਅਸੀਂ ਉਹ ਵੀ ਦੇਖ ਲਾਂਗੇ। मेरे बाप को क्यों देखो ਕਰੋ ਕਿੰਨੇ ਵਜੇ ਜਾਂਦੀ ਹੈ ਇੱਥੇ, ਕੀ ਕਰਦੀ ਹੈ, ਕਿਉਂ ਜਾਂਦੀ ਕਿੰਨੇ ਵਜੇ ਘਰੋਂ ਟੁੱਟਦੀ ਹੈਗੀ, ਕੀ ਕੀਤਾ ਤੂੰ ਪੜ੍ਹਾਈ ਪੂਰੀ ਕਰਦੇ ਬੋਲਦੇ ਕੀ ਕਰਦੀ ਪਈ ਹੈ। 9 ਵਜੇ ਮੈਂ ਘਰੇ ਤੁਰਦੀ ਹਾਂ ਰੋਟੀ ਖਾ ਕੇ ਤੁਰਦੀ ਹੈ। ਨਹੀਂ ਮੈਂ ਰੋਟੀ ਨਹੀਂ ਖਾਂਦੀ, ਉਹ ਦਿਖਦੀ ਹੈ ਰੋਟੀ ਖਾਂਦੀ ਹੋਈ ਹੈ, ਟਾਈਮ ਹੀ ਨਹੀਂ ਮਿਲਦਾ। ਤੇ ਕੀ ਬਣਨਾ ਪੜ੍ਹਾਈ ਕਰਕੇ, ਕੀ ਬਣਨਾ ਤੁਸੀਂ? ਵਧੀਆ ਇਨਸਾਨ ਤਾਂ ਜੋ ਆਪਣੀ ਫੈਮਿਲੀ ਦਾ ਨਾਮ ਰੋਸ਼ਨ ਕਰੋ, ਵੀ ਮੁੰਡਿਆਂ ਤੋਂ ਜ਼ਿਆਦਾ ਤੁਸੀਂ ਅੱਗੇ ਵਧੋ, ਵੀ ਤੁਹਾਡੇ ਪੇਰੈਂਟਸ ਨੂੰ ਤੁਹਾਡੇ ਤੇ ਨਾਜ਼ ਹੋਵੇ। ਫਿਰ ਉਹਦੇ ਲਈ ਰੋਟੀ ਖਾਣੀ ਹੁੰਦੀ ਹੈ, ਤਾਂ ਹੀ ਤਾਕਤ ਆਉਗੀ। ਫਿਰ ਕੰਮ ਕਿੱਦਾਂ ਕਰੂਗੀ? ਜੇ ਮੁੰਡਿਆਂ ਤੋਂ ਅੱਗੇ ਵਧਣਾ ਜ਼ਿਆਦਾ ਤੇ ਮੁੰਡਿਆਂ ਤੋਂ ਜ਼ਿਆਦਾ ਕੰਮ ਕਰਨਾ ਪਏਗਾ, ਹੈ ਨਾ।
ਕੰਪੀਟੀਸ਼ਨ ਦਾ ਤੁਹਾਡਾ ਦੇਖੋ ਕੰਪੀਟੀਸ਼ਨ ਕਿਹਦੇ ਨਾਲ ਵਾਈਸ ਦੇ ਨਾਲ ਫਿਰ ਜ਼ਿਆਦਾ ਕੰਮ ਕਰਨਾ ਹੋਊਗਾ, ਫਿਰ ਕਿਵੇਂ ਕਰੋਗੇ? ਇਸ ਕਰਕੇ ਰੋਟੀ ਖਾ ਕੇ ਆਇਆ ਕਰ। ਅੱਛਾ ਚਲੋ ਮੈਡਮ ਨੀਤਾ ਸ਼ਰਮਾ ਤੁਸੀਂ ਦੱਸੋ ਐਂਡ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਸਾਰੇ ਲੇਡੀ ਜਿਹੜੇ ਅੱਜ ਬੈਠੇ ਨੇ ਲక్ష్ਮੀ ਇੱਥੇ? ਰਹਿ ਗਈ। ਸ਼ੈਲੀ ਲక్ష్ਮੀ ਬਤਾਓ ਆਗੇ। ਕੀ ਹੁੰਦਾ ਆਂਦੀ ਨੂੰ? लक्ष्मी के भी अपने सपने हैं भाई, ऐसे। लक्ष्मी ब्लॉगर है, ब्लॉगिंग करती है आजा। मोनिका के नाम से इसका वो है, ये कहती पैसे कमाओगी लक्ष्मी ब्लॉग 10 करके। अपने ब्लॉग बारे जेड़ा काम कर दिया 10। हाँ मेरा नाम है उस पे इंस्टाग्राम पे मोनिका वर्मा और फेसबुक पे नाम है सनी वर्मा और मोनिका नाम से दोनों ही नाम पड़े हैं, मेरे बेटे का नाम पड़ा है। तो हम उस पे वीडियो बनाते हैं, रील बनाते हैं, तो हमारा मोनेटाइजर आ गया है। तो हमने जहाँ मैं ये भाभी हैं इनसे मैंने एक सलाह ली थी, मैं कहा भाभी मेरा मोनेटाइजर आ गया तो मैं क्या करूँ? तो इन्होंने बोला कि अब इसको सेट करना पड़ेगा, अकाउंट लगाना पड़ेगा। तो मैंने कहा ठीक है, मैं किससे लगवाऊँ? तो भाभी ने कहा भैया भी लगा लेते हैं। तो मैंने कहा तो अच्छी बात है फिर। तो मैंने भैया से अकाउंट नंबर लगवा लिया है और हमारे पैसे आने शुरू हो गए हैं। हम रील बनाते हैं और हमारे लोग कहते हैं कि तुम रील बनाती हो तो बेकार बात है, ये अच्छा नहीं है। तो मैंने सोचा कोई बात नहीं, तुम कहते हो कहने दो, कुछ मैं रील बना के ऐसा बनूं कोई मुझे कह ना पाए और मेरा नाम रोशन हो। चलो चलो ਤੁਸੀਂ end ਕਰੋ। वैसे तो सारे ने अपनी छोटिया छोटिया थोड़ा जिन्ना टाइम सीगा छोटिया छोटिया स्टोरियां सारे ने शेयर कीतियां, बहुत बढ़िया लग्या। ते शैली तू भी आजा 2 मिनट है। Another woman empowered। ਇਹ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਵਿੱਚ ਪੀਆਰ ਹੋਇਆ, ਮਾਸ ਕਮਿਊਨੀਕੇਸ਼ਨ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇਹਨੇ ਮਾਸਟਰ ਡਿਗਰੀ ਕੀਤੀ ਹੈ। ਹੁਣ ਅੱਗੇ ਫਰਦਰ ਪੀਐਚਡੀ ਦਾ ਇਹ ਪਲਾਨ ਕਰ ਰਹੀ ਹੈ। ਤੁਸੀਂ ਦੱਸੋ ਵੀ ਮੈਂ ਐਮਪਾਵਰਮੈਂਟ ਬਾਰੇ ਦੱਸੋ ਕਿਸ ਤਰ੍ਹਾਂ ਨਾਲ ਕਰਨਾ ਚਾਹੀਦਾ ਕਿ ਅਸੀਂ ਇੱਕ ਦਿਨ ਦੇ ਵਿੱਚ ਨਹੀਂ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਸ ਟੀਚੇ ਨੂੰ ਅਚੀਵ ਕਰ ਸਕਦੇ ਹੋਈਏ। ਘੱਟੋ ਘੱਟ ਇਹ ਨਾ ਸੋਚੀਏ ਅੱਜ ਹੀ ਹੋਣਾ ਚਾਹੀਦਾ ਸਾਰਾ ਕੁਝ ਸਾਡੇ ਨਾਲ। ਅੱਜ ਤਾਂ ਨਹੀਂ ਹੋਏਗਾ। ਛੋਟੇ ਛੋਟੇ ਡਿਸੀਜਨਸ, ਜਿਵੇਂ ਹੁਣ ਡਿਸੀਜਨ ਹੀ ਲੈਣਾ ਹੈ ਤਾਂ ਆਪਾਂ ਨੂੰ ਕਿਸੇ ਹੋਰ ਦੀ ਵੇਟ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ। ਨਾ ਹੀ ਉਹ ਸਾਈਕਿਕਲੀ ਇੱਕ ਦਿਮਾਗ 'ਚ ਰਹਿਣਾ ਚਾਹੀਦਾ ਕਿ ਇਹਨੂੰ ਪੁੱਛਣਾ ਚਾਹੀਦਾ, ਇਹਦੀ ਸਲਾਹ ਲੈਣੀ ਚਾਹੀਦੀ ਹੈ। ਅਗਰ ਆਪਣੇ ਮਨ ਨੂੰ ਲੱਗ ਰਿਹਾ ਉਹ ਡਿਸੀਜਨ ਠੀਕ ਹੈ, ਸੋ ਵੀ ਸ਼ੁੱਡ ਗੋ ਫॉर ਇਟ। ਹੁਣ ਕੋਈ ਹੋਰ ਨਿੱਕਾ ਮੋਟਾ ਕੰਮ ਹੈ ਤਾਂ ਆਪਾਂ ਕਿਸੇ ਦਾ ਮੂੰਹ ਨਾ ਤੱਕਦੇ ਰਹੀਏ ਤੇ ਖੁਦ ਜਾ ਕੇ ਬਸ ਉਹਨੂੰ ਆਰੇ ਲਾ ਕੇ ਆ ਜੀ। ਤੇ ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ। ਹੁਣ ਕਈ ਸੈਕਟਰਸ ਹੈਗੇ ਨੇ, ਹੁਣ ਉਹਨਾਂ ਨੂੰ ਜਿਵੇਂ ਇਹਨਾਂ ਨੇ ਕਹਿੰਦੇ ਥੀਸ ਆਰ ਵਿਮਨ ਇੰਪਾਵਰਡ ਸੈਕਟਰਸ, ਜਿਵੇਂ ਟੀਚਿੰਗ ਹੈ ਜਾਂ ਨਰਸਿੰਗ ਹੈ, ਉਹਦੇ ਵਿੱਚ 80% ਤੋਂ ਜ਼ਿਆਦਾ ਵਿਮਨਸ ਹੀ ਹੁੰਦੀਆਂ ਨੇ। ਅਗਰ ਕੋਈ ਮੇਲ ਨਰਸ ਆ ਵੀ ਜਾਏ ਤਾਂ ਬਸ ਲਾਈਕ ਕਿ ਇਹਨੂੰ ਧਿਆਨ ਰੱਖਣਾ ਆਉਂਦਾ ਵੀ ਹੋਏਗਾ ਜਾਂ ਨਹੀਂ ਆਉਂਦਾ ਹੋਏਗਾ। कहते नहीं गौरी लंकेश नहीं कहते है तुम बोल ही नहीं, अरे इधर उधर की बातें कर रही है, लोगों को बोर कर रही है। अरे तो मैं क्या वो बड़ी लंबी है, बोर हो जाएंगे। उन्होंने की पता हाँ ठीक है, बिल्कुल सुनने वालों को क्या She is पता है। also a writer, ये भी लिखती है, बोलती भी है, बहुत सोना लिखती भी है। एक कविता है गौरी लंकेश बारे। गौरी लंकेश वाज अ जर्नलिस्ट। ਉਹਨੂੰ ਉਹਦਾ ਅਸੈਸੀਨੇਸ਼ਨ ਕਰ ਦਿੱਤਾ ਗਿਆ ਸੀਗਾ 2019 ਦੇ ਵਿੱਚ ਤੇ ਉਹਦੀ ਯਾਦ ਤੋਂ ਬਾਅਦ ਇਹ ਕਵਿਤਾ ਮੈਂ ਲਿਖੀ ਸੀਗੀ। मन संचालक कहते हैं ये बोलो पर ये ना बोलो, मन संचालक कहते हैं ये बोलो पर ये ना बोलो, देश संचालक भी कहते हैं ये बोलो पर ये ना बोलो, ठेकेदार समाजों के भी, ठेकेदार रिवाजों के भी अक्सर मुझको ये समझाते ये बोलो और ये ना बोलो। छोटी सी कोई गज़ल सुना दो, छोटी सी कोई गज़ल सुना दो, लेकिन दिल की बात न बोलो। तस्लीमा नसरीन से पूछा तुमने कैसे मन की कर ली, तुमने कैसे मन की सुन ली, तुमने कैसे मन की कह ली। वह बोली हिम्मत थी मेरी, वह बोली ज़रूरत थी मेरी, सच देखा तो कहना चाहा, मन में एक तूफान उठा था, बाकी कुछ फिर टिक ना पाया, जो सोचा वे कह ही डाला, जो सोचा वे कह ही डाला, लेकिन अभी भी भुगत रही हूँ पल पल हर पल मौत का साया, पल पल हर पल खौफ का साया लगातार है पीछा करता, आगे बढ़ना भी मुश्किल था लेकिन पीछे मुड़ नहीं सकते, सच कहने में मज़ा बड़ा है, झूठ से अब मैं जुड़ नहीं सकते। मेरी भी तकदीर है गौरी,
मेरी भी हत्या ही होगी, लेकिन बर्बर मौत के डर से सच का जीवन खो नहीं सकते। चैन का जो एहसास मिला है उस एहसास को खो नहीं सकते। फिर गौरी लंकेश से पूछा, तुमने क्यों पहचान गवाई? वह बोली, ये जान क्या है, जीवन की औकात क्या है, बस एक सांस का खेल है सारा, इन सांसों की बात क्या है। इन सांसों के चलते चलते सच को हम ना देख सके तो, सच को हम ना बोल सके तो फिर जीवन बेकार ही होगा, एक बेजान सा तार ही होगा। ऐसा जीवन क्या करना है, इससे अच्छा तो मरना है। मुझको तो रफ्तार पसंद थी, सच की वह एक धार पसंद थी। हाँ मुझको तलवार पसंद थी, हाँ मुझको तलवार पसंद थी, लेकिन कलम ने ये समझाया शब्दों में भी जान बहुत है। जो तलवार भी कर नहीं सकते, इन शब्दों में धार बहुत है। जिस दिन सच का परचम पकड़ा मेरी जान हथेली पर थी। मालूम था अंजाम ये मुझको, मालूम था अंजाम ये मुझको, लेकिन आंख हवेली पर थी। पूंजीवाद की वही हवेली जिसमें कैद सहेली मेरी, वही सहेली एक पहेली इस दुनिया का राज कहेगी। कदम कदम पर जो साजिश है उसका पर्दाफाश करेगी। इस दुनिया की हर एक औरत जिस पे अत्याचार हुआ है, शब्दों से खिलवाड़ हुआ है, वह औरत मुझसे कहती है तू तो मेरा हाल बता दे। जो मेरे साथ हुआ है दुनिया को हर बात बता दे। कलम को पकड़ा है तूने तो शब्दों से एक आग लगा दे। अब गौरी लंकेश की मानूं या मानूं तुम लोगों की मैं, अब गौरी लंकेश है मुझ में, अब मैं भी वह बात करूंगी। मैं गौरी की बात करूंगी, मैं गौरी की बात करूंगी। थैंक यू। ये स्कूल लाइफ से लिखना शुरू कर दिया। ये 3 मिनट से निपटेगी। चलिए चलो मैसेज दो कि देना चाहते हो। कोई डिस्कशन करनी है और किसी ने? मैसेज दो, ਮੈਸੇਜ ਦਾ वो मैं मैसेज दो नीता शर्मा बैलन ब्रिगेड ਤੋਂ। ਇਹ ਤਾਂ ਇੱਕ ਰਿਵਾਇਤ ਬਣਾਈ ਹੋਈ ਹੈ ਕਿ ਇੰਟਰਨੈਸ਼ਨਲ ਵੂਮਨ ਡੇ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਸਿੰਬੋਲਿਕ ਵਿਮਨ ਡੇ ਤਾਂ ਰੋਜ਼ ਹੀ ਹੁੰਦਾ। ਵਿਮਨ ਤੋਂ ਬਿਨਾਂ ਤਾਂ ਕੋਈ ਘਰ ਹੀ ਨਹੀਂ ਜਾਂਦਾ। ਜੇ ਨਹੀਂ ਹੁੰਦੀ ਉਹ ਤਾਂ ਰੋਟੀ ਨਹੀਂ ਬਣਦੀ ਉੱਥੇ। ਸਾਡੇ ਜਿਹੜੇ ਸਮਾਜ ਦਾ ਸਟਰਕਚਰ ਬਣਿਆ ਹੋਇਆ ਹੈ। ਪਰ ਮੈਨੂੰ ਕੀ ਲੱਗਦਾ ਕਿ ਅਸੀਂ ਆਪਣੀਆਂ ਸ਼ਕਤੀਆਂ ਨੂੰ, ਆਪਣੀ ਤਾਕਤ ਨੂੰ ਅਸੀਂ ਜਿਹੜਾ ਪਹਿਚਾਨਣਾ ਉਹ ਬੰਦ ਕਰ ਦਿੱਤਾ ਹੋਇਆ ਆ। ਚਾਹੇ ਕੋਈ ਔਰਤ MP ਬਣੀ ਹੋਈ ਆ, ਚਾਹੇ ਉਹ ਮਿਨਿਸਟਰ ਹੈ, ਚਾਹੇ ਉਹ IAS ਆਫੀਸਰ ਹੈ, ਚਾਹੇ DC ਲੱਗੀ ਹੋਈ ਆ, ਉਹ ਇੰਡੀਪੈਂਡੈਂਟਲੀ ਡਿਸੀਜਨ ਲੈਣ ਦੇ ਵਿੱਚ ਸક્ષਮ ਨਹੀਂ ਹੈ। ਉਹਦੇ ਕੋਲੋਂ ਅੱਜ ਵੀ ਡਿਸੀਜਨ ਲਵਾਏ ਜਾਂਦੇ ਨੇ, ਆਪ ਨਹੀਂ ਲੈਂਦੇ। ਤੇ ਅਸਲੀ ਵੂਮਨ ਐਮਪਾਵਰਮੈਂਟ ਤਾਂ ਉਹੀ ਹੈ। ਚਾਹੇ ਅਸੀਂ ਘਰ ਦਾ ਕੰਮ ਕਰਦੇ ਹੋਈਏ, ਚਾਹੇ ਅਸੀਂ ਬਾਹਰ ਦਾ, ਚਾਹੇ ਅਸੀਂ ਕੋਈ ਜੌਬ ਕਰਦੇ ਹਾਂ, ਜਦੋਂ ਅਸੀਂ ਆਪਣੇ ਡਿਸੀਜਨ ਆਪ ਲੈਣ ਲੱਗ ਗਏ ਬਿਨਾਂ ਸੋਚੇ ਸਮਝੇ, ਤਾਂ ਉਹੀ ਐਮਪਾਵਰਮੈਂਟ ਹੋ। ਸਭ ਤੋਂ ਪਹਿਲਾਂ ਸਾਡਾ ਦਿਮਾਗ ਐਮਪਾਵਰ ਹੋਣਾ ਬੜਾ ਜ਼ਰੂਰੀ ਆ। ਸਰੀਰ ਤਾਂ ਐਮਪਾਵਰ ਹੋ ਹੀ ਜਾਂਦਾ। ਇੱਦਾਂ ਤਾਂ ਵਿਕਲਾਂਗ ਲੋਕ ਵੀ ਬਹੁਤ ਕੰਮ ਕਰ ਜਾਂਦੇ ਨੇ ਕਿਉਂਕਿ ਉਹ ਮੈਂਟਲੀ ਬੜੇ ਸਟਰੋਂਗ ਹੁੰਦੇ ਆ, ਔਰ ਅਸੀਂ ਆਪਣੇ ਆਪ ਨੂੰ ਉਹਨਾਂ ਤੋਂ ਵੀ ਜ਼ਿਆਦਾ ਅਸੀਂ ਕਮਜ਼ੋਰ ਬਣਾ ਚੁੱਕੇ ਹੋਏ ਹਾਂ। ਅਸੀਂ ਸੋਚਦੇ ਰਹਿੰਦੇ ਹਾਂ ਕਿ ਅਸੀਂ ਇਹਨਾਂ ਤੋਂ ਬਿਨਾਂ ਨਹੀਂ ਕਰ ਸਕਦੇ ਕੁਛ। ਔਰ ਹਰ ਔਰਤ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਕੰਮ ਆਦਮੀ ਦਾ ਜਾਂ ਔਰਤ ਦਾ। ਜਦੋਂ ਕੰਮ ਦੀ ਡਿਵੀਜ਼ਨ ਸਾਡੇ ਦਿਮਾਗ ਦੇ ਵਿੱਚੋਂ ਦੀ ਖਤਮ ਹੋ ਜਾਊਗੀ, ਬਿਨਾਂ ਕਿਸੇ ਹੈਜੀਟੇਸ਼ਨ ਤੋਂ ਲੜਕੀਆਂ ਸਾਡੀਆਂ, ਔਰਤਾਂ ਸਾਡੀਆਂ, ਚਾਹੇ ਉਹ ਪੜ੍ਹੀਆਂ ਹੋਈਆਂ ਨੇ ਚਾਹੇ ਅਨਪੜ੍ਹ ਨੇ, ਉਹ ਕੰਮ ਕਰਨ ਦੇ ਲਈ ਡਿਸੀਜਨ ਲੈਣ ਲੱਗ ਜਾਣਗੀਆਂ। ਜਿਹੜਾ ਵੀ ਉਹਨੂੰ ਆਂਦਾ ਜਾਂ ਜਿਹੜਾ ਉਹਨੂੰ ਚੰਗਾ ਲੱਗਦਾ ਉਹਨੂੰ ਸਿੱਖਣ ਦੇ ਲਈ, ਜਿਹੜਾ ਆਂਦਾ ਉਹਨੂੰ ਕਰਨ ਦੇ ਲਈ। ਹੁਣ ਦੇਖੋ ਕਿੰਨਾ ਵੱਡਾ ਸਮਾਜ ਨੇ ਇੱਕ ਇਹਦੇ ਵਿੱਚ ਭਰਮ ਪੈਦਾ ਕਰ ਦਿੱਤਾ। ਜਿੰਨੇ ਕੰਮ ਨੇ, ਲੜਕਾ ਕੋਈ ਨਹੀਂ ਪੜ੍ਹਦਾ, ਸਕੂਲ ਨਹੀਂ ਜਾਂਦਾ ਜਾਂ ਫੇਲ ਹੋ ਗਿਆ ਜਾਂ ਕਹਿੰਦਾ ਮੈਂ ਨਹੀਂ ਪੜ੍ਹਨਾ, ਉਹਨੂੰ ਕੀ ਕਰਾਇਆ ਜਾਂਦਾ? ਪੇਰੈਂਟਸ ਕੀ ਕਰਾਉਂਦੇ ਨੇ? ਉਹਨੂੰ ਕੰਮ ਸਿੱਖਣ ਲਾਉਂਦੇ ਆ। ਤੇ ਜੇ ਕੋਈ ਲੜਕੀ ਨਹੀਂ ਪੜ੍ਹਦੀ ਤੇ ਉਹਨੂੰ ਕੀ ਕਰਾਉਂਦੇ ਆ? ਤੇਰਾ ਵਿਆਹ ਕਰ ਦਿਓ। ਬਸ ਪਹਿਲਾਂ ਤਾਂ ਜਿਹੜਾ ਇਹ ਕਨਸੈਪਟ ਹੈ ਨਾ, ਇਹ ਖਤਮ ਹੋਣਾ ਚਾਹੀਦਾ। ਹੁਣ ਸਾਰੀਆਂ ਇੱਥੇ 2-3 ਬੱਚੇ ਨੇ ਸਾਡੇ ਵਿੱਚ, ਬਾਕੀ ਅਸੀਂ ਮੈਚਿਓਰ ਲੇਡੀਜ਼ ਹੀ ਆ ਸਾਰੀਆਂ ਦੀਆਂ ਸਾਰੀਆਂ। ਤੇ ਸਾਨੂੰ ਉਹ ਆਪਣੇ ਘਰ ਤੋਂ ਹੀ ਕਨਸੈਪਟ ਸ਼ੁਰੂ ਕਰਨਾ ਚਾਹੀਦਾ। ਵਿਆਹ ਤਾਂ ਇੱਕ ਇਨਸੀਡੈਂਟ ਹੈ, ਇੱਕ ਘਟਨਾ ਤੇ ਦੁਰਘਟਨਾ ਵੀ ਹੋ ਸਕਦੀ ਆ, ਠੀਕ ਹੈ ਨਾ? ਤੇ ਜ਼ਿੰਦਗੀ ਆਪਣੀ ਨੂੰ ਤੁਸੀਂ ਪਲਾਨ ਕਰਕੇ ਵੱਡੇ ਟੀਚੇ ਰੱਖ ਕੇ ਉਹਨਾਂ ਨੂੰ ਪੂਰੇ ਕਰਨ ਲਈ, ਜਿੱਡੇ ਟੀਚੇ ਹੋਣਗੇ
उन्ना ही ਤੁਹਾਨੂੰ ਸੰਘਰਸ਼ ਕਰਨਾ ਪਊਗਾ, ਉਨੀ ਮਿਹਨਤ ਕਰਨੀ ਪਊਗੀ ਔਰ ਰੋਜ਼ ਦੀ ਰੋਜ਼ ਉਹ ਪੂਰੇ ਕਰਨੇ ਪੈਣਗੇ। ਇਹ ਨਹੀਂ ਹੋ ਸਕਦਾ ਕਿ ਟੀਚਾ ਅੱਜ ਰੱਖਿਆ ਤਾਂ ਸਾਡਾ ਸਾਲ ਬਾਅਦ ਪੂਰਾ ਹੋ ਜਾਊਗਾ, ਨਹੀਂ। ਇੱਕ ਬੱਚੇ ਨੂੰ ਪੇਟ ਦੇ ਵਿੱਚ ਲੈ ਕੇ ਅੱਜ ਉਹਨੂੰ ਨਜ਼ਰ ਆਉਂਦਾ ਕਿ ਮੇਰਾ ਬੱਚਾ 20 ਸਾਲ ਦਾ ਹੋ ਗਿਆ, ਵੱਡਾ ਹੋ ਗਿਆ, ਜੇ ਉਦੋਂ ਸੋਚਣ ਲੱਗ ਜਾਂਦੀ ਇਹ ਤਾਂ ਮੈਂ ਗੋਦੀ ਦੇ ਵਿੱਚ ਲੈ ਕੇ ਘੁੰਮਦੀ ਆ, ਉਸ ਵੇਲੇ ਕਿੰਨਾ ਜ਼ਿਆਦਾ ਉੱਤੇ ਸਟ੍ਰੈਸ ਹੋਊਗੀ, ਕਿਸ ਤਰ੍ਹਾਂ ਦੇ ਟਾਈਮ ਦੇ ਵਿੱਚੋਂ ਦੀ ਉਹ ਨਿਕਲੀ ਹੋਊਗੀ, ਕਿੱਦਾਂ ਉਹਨੇ ਆਪਣੀ ਇੱਕ ਜਿਹੜੀ ਮੈਰਿਡ ਲਾਈਫ ਨੂੰ ਇੰਜੋਏ ਕਰਨਾ ਸੀ ਸਾਲ 1.5 ਸਾਲ ਦੇ ਵਿੱਚ ਹੀ ਉਹ ਸਾਰੀ ਦੀ ਸਾਰੀ ਖਤਮ ਹੋ ਗਈ ਉਹਦੀ। ਜਾ ਕੇ ਇਕੱਲੀ ਨੇ ਪ੍ਰੈਗਨੈਂਸੀ ਦੇ ਵਿੱਚ ਇੱਕ ਆਪਣੀ ਤਰ੍ਹਾਂ ਦਾ ਬੰਦੇ ਦਾ ਮਨ ਕਰਦਾ ਹੁੰਦਾ ਕਿ ਮੇਰਾ ਹਸਬੈਂਡ ਕੋਲ ਹੋਵੇ, ਦੇਖੇ ਬੱਚਾ ਸਾਡਾ ਦੋਨਾਂ ਜਾਣਿਆਂ ਦਾ, ਠੀਕ ਹੈ ਨਾ। ਉਹਨੇ ਕਿਸ ਤਰ੍ਹਾਂ ਦੇ ਨਾਲ ਕਰਿਆ ਹੋਊਗਾ, ਇਹ ਟੀਚਾ ਹੁੰਦਾ। ਇਹਨੇ ਉਸ ਵੇਲੇ ਉਹ ਟੀਚਾ ਰੱਖਿਆ ਸੀ ਕਿ ਮੈਂ ਬੱਚੇ ਨੂੰ ਇਕੱਲੇ ਨੂੰ ਗਰੋ ਕਰਨਾ, ਤੇ 20 ਸਾਲ ਬਾਅਦ ਉਹਨੂੰ ਅੱਜ ਉਹ ਚੀਜ਼ ਜਿਹੜੀ ਆ ਉਹ ਇੰਜੋਏ ਦਿੰਦੀ ਆ ਔਰ ਉਹਨੂੰ ਉਹਦੇ ਤੇ ਗਰਵ ਮਹਿਸੂਸ ਹੁੰਦਾ। ਆਪਾਂ ਨੂੰ ਵੀ ਆਪਣੇ ਸੰਘਰਸ਼ ਲੰਬੇ ਹੋ ਸਕਦੇ ਨੇ ਜੇ ਅਸੀਂ ਟੀਚੇ ਮੰਨ ਕੇ ਚੱਲਾਂਗੇ ਤੇ ਪੂਰੇ ਜ਼ਰੂਰ ਹੋਣਗੇ। ਦੇਰ ਨਾਲ ਹੋ ਜਾਣਗੇ, ਜ਼ਿਆਦਾ ਸੰਘਰਸ਼ ਕਰਨਾ ਪਊਗਾ, ਕਿਉਂਕਿ ਜੇ ਜ਼ਿਆਦਾ ਰੁਕਾਵਟਾਂ ਆਉਂਦੀਆਂ ਜ਼ਿਆਦਾ ਸੰਘਰਸ਼ ਕਰਨਾ ਪਊਗਾ। ਕਈ ਵਾਰੀ ਜਲਦੀ ਪੂਰੇ ਹੋ ਜਾਂਦੇ ਨੇ, ਛੱਡਣੇ ਨਹੀਂ ਚਾਹੀਦੇ ਸਾਨੂੰ, ਕਿਉਂਕਿ ਜੇ ਆਪਾਂ ਮੇਲਸ ਨਾਲ ਕੰਪੈਰੀਜ਼ਨ ਕਰੀਏ ਤੇ ਉਹ ਐਵੇਂ ਹੀ ਕਰਦੇ ਆ। ਦੇਖੋ ਉਹ ਕੰਮ ਕਰਦੇ ਨੇ, ਇੱਕ ਕੰਮ ਫੇਲ ਹੋ ਜਾਂਦਾ ਉਹ ਦੂਸਰਾ ਕਰਨ ਲੱਗ ਜਾਂਦੇ ਨੇ, ਦੂਸਰਾ ਫੇਲ ਹੋ ਜਾਂਦਾ ਤੀਸਰਾ ਕਰਨ ਲੱਗ ਜਾਂਦੇ ਨੇ। ਆਪਾਂ ਕਦੇ ਏਦਾਂ ਕੀਤਾ ਨਹੀਂ ਕਰਦੇ ਨਾ। ਜਾਂ ਘਰ ਦੇ ਵੀ ਸਾਡੇ ਜਿਹੜੇ ਆ ਉਹ ਜਿਹੜੇ ਪੇਰੈਂਟਸ ਨੇ ਉਹ ਬੱਚਿਆਂ ਦੇ ਉੱਤੇ ਕੀ ਕਰਦੇ ਨੇ, ਲੜਕੀ ਦੇ ਇੱਕ ਵਾਰੀ ਪੈਸੇ ਲਾਤੇ, ਉਹ ਨਹੀਂ ਜੀ ਰਹਿਣ ਦਿਓ, ਹੁਣ ਤੁਸੀਂ ਵਿਆਹ ਕਰਾਓ ਜੀ, ਜਾਓ ਜੀ। ਆਪਾਂ ਨਹੀਂ ਏਦਾਂ ਕਰਨੀ ਆਪਣੇ ਬੱਚਿਆਂ ਦੇ ਨਾਲ। ਨਹੀਂ ਹੋਇਆ ਇੱਕ ਕੰਮ ਸਫਲ, ਕੋਈ ਗੱਲ ਨਹੀਂ, ਦੂਜੀ ਵਾਰ ਸਹੀ, ਤੀਜੀ ਵਾਰ ਸਹੀ, ਚੌਥੀ ਵਾਰ ਸਹੀ, ਕਰੀ ਜਾਓ ਬਸ, ਠੀਕ ਹੈ ਨਾ। ਇਸ ਕੰਸੈਪਟ ਦੇ ਉੱਤੇ ਆਪਣੀ ਜ਼ਿੰਦਗੀ ਨੂੰ ਜੀਓ ਔਰ ਆਪਣੀਆਂ ਸ਼ਰਤਾਂ ਦੇ ਉੱਤੇ ਜ਼ਿੰਦਗੀ ਜੀਣੀ ਸਿੱਖੋ। ਸਮਾਜ ਜਿਹੜਾ ਕੋਆਪਰੇਸ਼ਨ ਦਾ, ਵਿਮਨ ਐਮਪਾਵਰਮੈਂਟ ਦਾ ਜਾਂ ਆਪਣੇ ਆਪ 'ਚ ਐਮਪਾਵਰ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਮਾਜ ਦੇ ਵਿੱਚ ਜਿਹੜੀ ਆ ਵਖਰੇਵਾਂ ਲੈ ਕੇ ਆਉਣਾ। ਅਸੀਂ ਕਿਉਂਕਿ ਕੁਦਰਤ ਨੇ ਜਿਹੜਾ ਸਮਾਜ ਆ ਉਹ ਇਸ ਤਰ੍ਹਾਂ ਦੇ ਨਾਲ ਬਣਿਆ ਸਾਡਾ ਸਮਾਜ ਕਿ ਮੇਲ ਐਂਡ ਫੀਮੇਲ ਮਿਲ ਕੇ ਦੋਨੋਂ ਉਸ ਚੀਜ਼ ਨੂੰ ਚਲਾਉਂਦੇ ਨੇ। ਕੋਆਪਰੇਟਿਵ ਵੀ ਹੋਣਾ ਪਊਗਾ, ਕਿਉਂਕਿ ਜੇ ਅਸੀਂ ਕੋਈ ਨਾ ਕੋਈ ਚੀਜ਼ ਕੰਮ ਕਰਾਂਗੇ ਕੋਆਪਰੇਟਿਵ ਤਾਂ ਹੋਣਾ ਪਊਗਾ। ਮੈਡਮ ਯੋਗਾ ਟੀਚਰ ਨੇ, ਇਹਨਾਂ ਨੂੰ ਮੇਲਸ ਵੀ ਆਉਂਦੇ, ਇਹਨਾਂ ਦੇ ਕੋਲ ਫੀਮੇਲਸ ਵੀ ਆਉਂਦੀਆਂ। ਮੈਡਮ ਇੱਕ ਚੀਜ਼ ਸੀ, ਮੈਂ ਕੁਐਸਚਨ ਪਹਿਲਾਂ ਵੀ ਇਹ ਪੁੱਟ ਕਰਨਾ ਸੀ ਤੁਹਾਨੂੰ, ਫੀਮੇਲਸ ਕਿੰਨੀਆਂ ਆਉਂਦੀਆਂ ਨੇ ਤੁਹਾਡੇ ਕੋਲ, ਕਿੰਨੀਆਂ ਹੈਲਥ ਕੌਨਸ਼ੀਅਸ ਨੇ? ਫੀਮੇਲ ਤਾਂ ਹੀ ਹੈ, ਸਭ ਤੋਂ ਜ਼ਿਆਦਾ ਤਾਂ ਫੀਮੇਲ ਸੀ। ਉਹ ਤਾਂ ਜਦੋਂ ਨਾ ਬਿਮਾਰੀ ਨਾਲ ਪੂਰੀ ਤਰ੍ਹਾਂ ਘਿਰ ਜਾਂਦੀਆਂ ਨੇ ਉਦੋਂ ਆਉਂਦੀਆਂ ਨੇ, ਬਿਲਕੁਲ। ਉਹ ਸਟਾਰਟਿੰਗ ਦੇ ਵਿੱਚ ਨਹੀਂ ਆਉਂਦੀਆਂ। ਇਹ ਸਾਡੇ ਸਮਾਜ ਦੀ ਇੱਕ ਤਰਾਸਦੀ ਆ, ਜਿਹੜੀ ਫੀਮੇਲ ਆ ਉਹ ਆਪਣੀ ਹੈਲਥ ਦਾ ਧਿਆਨ ਨਹੀਂ ਰੱਖਦੀ। ਜਦੋਂ ਬੁਰੀ ਤਰ੍ਹਾਂ ਨਾਲ ਬਿਮਾਰ, ਇੱਕ ਤਾਂ ਪਰਮਾਤਮਾ ਨੇ ਕੁਦਰਤੀ ਉਹਨੂੰ ਪੀਰੀਅਡ ਦੀ ਜਿਹੜੀ ਪ੍ਰੋਬਲਮ ਆ ਉਹ ਮਹੀਨੇ ਦੀ ਮਹੀਨੇ ਆਣੀ ਆ, ਇੰਨਾ ਜ਼ਿਆਦਾ ਉਹਦਾ ਜਿਹੜਾ ਡਿਸਚਾਰਜ ਬਲੱਡ ਦਾ ਹੁੰਦਾ ਕਿ ਉਹ ਪੂਰਾ ਹੀ ਨਹੀਂ ਹੋ ਪਾਉਂਦਾ। ਆਲਮੋਸਟ ਜਿਹੜੀਆਂ ਫੀਮੇਲਸ ਨੇ ਉਹ ਅਨੈਮਿਕ ਹੁੰਦੀਆਂ ਨੇ, ਉਹਦੇ ਨਾਲ ਜਿਹੜੇ ਹੋਰ ਵਿਟਾਮਿਨਸ ਇੰਬੈਲੈਂਸ ਹੁੰਦੇ ਰਹਿੰਦੇ ਆ ਜੇ ਅਨੈਮਿਕ ਹੋਏਗੀ ਲੇਡੀ ਤਾਂ। ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜੀਆਂ ਪ੍ਰੈਗਨੈਂਸੀ ਦੇ ਟਾਈਮ ਤੇ ਬੱਚੇ ਪੈਦਾ ਕਰਨਾ, ਉਹ ਵੀ ਕੁਦਰਤ ਨੇ ਉਹਦੇ ਝੋਲੀ 'ਚ ਪਾਤਾ, ਠੀਕ ਹੈ ਨਾ। ਉਹਦੇ ਕਰਕੇ ਉਹਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਆਪਣੀ ਹੈਲਥ ਦਾ ਵੀ ਤੇ ਡਾਈਟ ਦਾ ਵੀ, ਜਿਹੜੀਆਂ ਕਿ ਨਹੀਂ ਰੱਖਦੀਆਂ। ਜਦੋਂ ਸਰੀਰ ਦੇ ਵਿੱਚ ਕੁਛ ਨਾ ਕੁਛ ਹੋ ਜਾਂਦਾ, ਕਿਤੇ ਗੋਡੇ ਦੁਖਣ ਲੱਗ ਗਏ, ਲੱਕ ਦੁਖਣ ਲੱਗ ਗਿਆ, ਜਾਂ ਡਿਸਕ ਹਿੱਲ ਗਈ ਜਾਂ ਸਰਵਾਈਕਲ ਹੋ ਗਿਆ, ਫਿਰ ਆਉਂਦੀਆਂ ਨੇ, ਨਹੀਂ ਤਾਂ ਨਹੀਂ ਆਉਂਦੀਆਂ। ਇਹ ਚੀਜ਼ਾਂ ਦੇ ਲਈ ਵੀ ਆਪਾਂ ਨੂੰ ਨਾ ਇੱਕ ਜਿਹੜਾ ਉਹ ਬਹੁਤ ਵੱਡਾ ਸੰਘਰਸ਼ ਕਰਨ ਦੀ ਲੋੜ ਆ ਕਿ ਬਿਮਾਰ ਹੋਣ ਤੋਂ ਪਹਿਲਾਂ ਹੀ ਆਪਣੀ ਹੈਲਥ ਨੂੰ ਧਿਆਨ 'ਚ ਰੱਖ ਲਓ ਕਿ ਤੁਸੀਂ ਬਿਮਾਰ ਨਾ ਹੋ, ਕਿਉਂਕਿ ਲੌਂਗ ਟਾਈਮ ਦੇ ਵਿੱਚ ਤਾਂ ਹੀ ਔਰਤ ਜਿਹੜੀ ਆ ਉਹ ਕੰਮ ਕਰ ਸਕੂਗੀ, ਉਹ ਆਪਣੇ ਟੀਚੇ ਪੂਰੇ ਕਰ ਸਕੂਗੀ, ਆਪਣੀ ਲਾਈਫ ਨੂੰ ਇੰਜੋਏ ਕਰ ਸਕੂਗੀ ਜਦੋਂ ਫਿਟ ਹੋਊਗੀ। ਹਾਂ ਦੇਖੋ ਹੁਣ ਨਿਸ਼ਾ ਦੀ ਮੈਰਿਜ ਹੋਈ, 22-23 ਸਾਲ ਦੀ ਮੈਰਿਜ ਹੋਏਗੀ, 20 ਸਾਲ ਦਾ ਬੱਚਾ ਹੋ ਗਿਆ, ਠੀਕ ਹੈ ਨਾ। ਹੁਣ ਜੇ ਇਹ ਫਿਟ ਨਹੀਂ ਰਹੇਗੀ, ਹੁਣ ਇੰਜੋਏ ਕਰਨ ਦਾ ਟਾਈਮ ਆਇਆ ਜਾ ਕੇ। ਮੇਰਾ ਵੀ ਸੇਮ, ਮੇਰੇ ਬੱਚੇ ਨੇ, ਮੇਰੀਆਂ ਦੋਨੋਂ ਬੇਟੀਆਂ ਨੇ, ਵੱਡੀਆਂ ਹੋ ਕੇ ਜਦ ਤੱਕ ਉਹ ਕੰਮ ਤੇ ਲੱਗਣਗੀਆਂ, ਜੇ ਮੈਂ ਮੰਜੇ ਤੇ ਲੱਗ ਗਈ, ਮੇਰੇ ਤੋਂ ਆ ਨਹੀਂ ਹੁੰਦਾ, ਮੇਰੇ ਤੋਂ ਨਹੀਂ ਹੁੰਦਾ, ਮੈਂ ਕੀ ਕਰੂੰਗੀ ਦੱਸੋ ਜਾ ਕੇ। ਇਸੇ ਕਰਕੇ ਜਿਹੜੀ ਆ ਸਾਡੇ ਸਮਾਜ ਦੇ ਵਿੱਚ ਔਰਤ ਜ਼ਿਆਦਾ ਬਿਮਾਰ ਹੁੰਦੀ ਆ ਔਰ ਉਹਦੀ ਏਜ ਜਿਹੜੀ ਆ ਉਹ ਜਲਦੀ ਉਹਨਾਂ ਦੀ ਮ੍ਰਿਤਿੂ ਹੋ ਜਾਂਦੀ ਆ। ਜੈਂਟਸ ਜਿਹੜੇ ਨੇ ਉਹ ਲੌਂਗਿਵਿਟੀ ਦੇ ਨਾਲ ਉਹਨਾਂ ਦੀ ਲਾਈਫ ਆਪਣੀ ਇੰਜੋਏ ਕਰਦੇ ਆ, ਕਿਉਂਕਿ ਉਹ ਬਾਹਰ ਰਹਿੰਦੇ ਨੇ, ਉਹ ਘਰ ਦੇ ਵਿੱਚ ਘੁੱਟਦੇ ਨਹੀਂ ਹੈ। ਜੇ ਉਹਨਾਂ ਨੂੰ ਸਟ੍ਰੈਸ ਹੁੰਦਾ ਕੀ ਆ, ਘਰ ਦੇ ਵਿੱਚ ਕਿਸੇ ਚੀਜ਼ ਤੋਂ ਵੀ ਮਾੜੀ ਮੋਟੀ ਲੜਾਈ ਹੁੰਦੀ ਆ, ਆਦਮੀ ਬਾਹਰ ਨਿਕਲ ਜਾਂਦਾ, ਔਰਤ ਘਰ ਬੈਠੀ ਰੋਂਦੀ ਰਹਿੰਦੀ ਹੈ। ਇਹ ਜਿਹੜੇ ਛੋਟੇ ਛੋਟੇ ਇਫੈਕਟ ਨੇ ਨਾ ਇਹਨਾਂ ਚੀਜ਼ਾਂ ਦੇ, ਹੁਣ ਉਲਟਾ ਹੋਣਾ ਚਾਹੀਦਾ, ਆਦਮੀਆਂ ਨੂੰ ਅੰਦਰ ਬੰਦ ਕਰਕੇ ਨਾ ਬਾਹਰ ਨਿਕਲ ਕੇ ਜਾਣਾ ਪਿਆ ਕਰੂਗਾ।